ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਹਾਂ ਜਸਪਾਲ ਕੌਰ। ਮੈਂ ਬਤੌਰ ਵੋਕੇਸ਼ਨਲ ਟ੍ਰੇਨਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮੰਡਗੜ੍ਹ ਵਿਖੇ ਪੜ੍ਹਾ ਰਹੀ ਹਾਂ ਹੈਲਥ ਕੇਅਰ ਦਾ ਵਿਸ਼ਾ। ਅਤੇ ਅੱਜ ਮੈਂ ਤੁਹਾਨੂੰ 11th ਕਲਾਸ ਦਾ ਯੂਨਿਟ 2 ਪੜ੍ਹਾਉਣ ਜਾ ਰਹੀ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਰੋਨਾ ਕਰਕੇ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਮੁਹਿੰਮ ਚਲਾਈ ਸੀਗੀ ਕਿ ਬੱਚਿਆਂ ਨੂੰ ਵੀਡੀਓ ਰਾਹੀਂ ਪੜ੍ਹਾਇਆ ਜਾਵੇ, ਅਤੇ ਇਸੇ ਮੁਹਿੰਮ ਤਹਿਤ ਮੈਂ ਵੀ ਇਹ ਵੀਡੀਓ ਬਣਾ ਰਹੀ ਹਾਂ। ਜਿਹੜਾ ਤੁਹਾਡਾ ਨਵਾਂ ਪੈਟਰਨ ਚੇਂਜ ਹੋਇਆ ਹੈ ਨਾ, ਸਿਲੇਬਸ 2 ਈਅਰ ਪੈਟਰਨ ਦੇ ਅਕੋਰਡਿੰਗ ਇਹ ਯੂਨਿਟ 2 ਹੈ, ਅਤੇ ਤੁਸੀਂ ਸਾਰਿਆਂ ਨੇ ਇਹਨੂੰ ਬੜੇ ਧਿਆਨ ਨਾਲ ਸਮਝਣਾ। ਇਸ ਦੇ ਵਿੱਚ ਟੋਟਲ 18 ਲੈਸਨਸ ਨੇ, ਸੋ ਆਪਣੇ ਕੋਲ ਸਮਾਂ ਘੱਟ ਹੈ, ਪਰ ਫਿਰ ਵੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੋ ਵੀ ਮੈਂ ਸਮਝਾਵਾਂਗੀ। ਸਭ ਤੋਂ ਪਹਿਲਾ ਲੈਸਨ ਹੈਗਾ ਫਰਸਟ ਇਜ਼ ਕਿ ਜਿਹੜਾ ਪੇਸ਼ੈਂਟ ਕੇਅਰ ਅਸਿਸਟੈਂਟ ਹੁੰਦਾ ਉਹਦਾ ਰੋਲ ਕੀ ਹੁੰਦਾ ਹੈ। ਪੇਸ਼ੈਂਟ ਕੇਅਰ ਅਸਿਸਟੈਂਟ ਮਤਲਬ GDA ਦਾ ਕੀ ਕੰਮ ਹੈ। ਜਦੋਂ ਵੀ ਉਹ ਹੌਸਪੀਟਲ ਦੇ ਵਿੱਚ ਜੋਬ ਕਰ ਰਿਹਾ ਜਾਂ ਹੌਸਪੀਟਲ 'ਚ ਕੰਮ ਕਰ ਰਿਹਾ ਤਾਂ ਉਹਦੇ ਮੇਨ ਰੋਲਸ ਕੀ ਨੇ। ਸਭ ਤੋਂ ਪਹਿਲਾਂ ਦੇਖੋ, ਇਹਦੇ ਵਿੱਚ ਦੱਸਿਆ ਹੋਇਆ ਕਿ ਜਿਹੜਾ ਵੀ ਹੈਲਥ ਕੇਅਰ ਦਾ ਸਟਾਫ ਹੈ, ਜੋ ਵੀ ਹੌਸਪੀਟਲ ਦਾ ਸਟਾਫ ਹੈ, ਉਹਨੂੰ ਅਸਿਸਟ ਕਰਨਾ, ਉਹਦੀ ਸਹਾਇਤਾ ਕਰਨੀ ਹੈ, ਮਰੀਜ਼ ਦੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਹੈ, ਜੋ ਵੀ ਹੋਰ ਐਡਮਿਨਿਸਟ੍ਰੇਟਿਵ ਫੰਕਸ਼ਨਸ ਨੇ ਮੈਨੇਜ ਕਰਨ ਦੇ ਵਿੱਚ ਹੌਸਪੀਟਲ ਨੂੰ, ਉਹਨਾਂ ਕੰਮਾਂ ਦੇ ਵਿੱਚ ਵੀ ਉਹਨੇ ਸਾਥ ਦੇਣਾ ਹੈ। ਅਤੇ ਹੋਰ ਵੀ ਜੋ ਵੀ ਕੋਈ ਰਿਕਾਰਡ ਮੇਨਟੇਨ ਕਰਨਾ ਹੈ, ਕੋਈ ਪੇਸ਼ੈਂਟ ਨੂੰ ਦਵਾਈ ਦੇਣੀ ਹੈ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਡਿਊਟੀਜ਼ ਨੇ, ਉਹਨਾਂ ਸਾਰੀਆਂ ਡਿਊਟੀਜ਼ ਦੇ ਵਿੱਚ ਜਿਹੜਾ GDA ਹੈ ਉਹ ਅਸਿਸਟ ਕਰਦਾ ਹੈ। ਸੈਕਿੰਡ ਲੈਸਨ ਦੇ ਵਿੱਚ ਆ ਜਾਂਦਾ ਹੈ ਕਿ ਪੇਸ਼ੈਂਟ ਦੀਆਂ ਡੇਲੀ ਕੇਅਰ ਦੀਆਂ ਐਕਟੀਵਿਟੀਜ਼ ਨੂੰ ਆਪਾਂ ਨੇ ਪਹਿਚਾਨਣਾ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਹੋ, ਮੈਂ ਹਾਂ, ਆਪਾਂ ਰੋਜ਼ ਕੋਈ ਨਾ ਕੋਈ ਕੰਮ ਕਰਦੇ ਹਾਂ। ਆਪਣੇ ਐਵੇਂ ਦੇ ਕਈ ਕੰਮ ਨੇ ਜੋ ਕਿ ਰੋਜ਼ਾਨਾ ਦੇ ਵਿੱਚ ਆਉਂਦੇ ਨੇ, ਅਤੇ ਉਹਨਾਂ ਉਵੇਂ ਹੀ ਮਰੀਜ਼ਾਂ ਦੇ ਵੀ ਕੁਝ ਇੱਦਾਂ ਦੇ ਰੋਜ਼ਾਨਾ ਦੇ ਕੰਮ ਹੁੰਦੇ ਨੇ ਜਿਸ ਦੇ ਵਿੱਚ ਆਪਾਂ ਨੇ ਉਹਨਾਂ ਨੂੰ ਸਹਾਇਤਾ ਦੇਣੀ ਹੈ। ਫੋਰ ਐਗਜ਼ਾਮਪਲ, ਜਿਵੇਂ ਮੈਂ ਆਪਣੀ ਐਗਜ਼ਾਮਪਲ ਲੈ ਲੈਂਦੀ ਕਿ ਮੈਂ ਰੋਜ਼ ਨਹਾਉਂਦੀ ਹਾਂ, ਤਿਆਰ ਹੁੰਦੀ ਹਾਂ, ਕੱਪੜੇ ਪਾਉਂਦੀ ਹਾਂ, ਸਿਰ ਬੰਨ੍ਹਦੀ ਹਾਂ, ਤਾਂ ਇਹ ਸਾਰੀਆਂ ਮੇਰੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੇ। ਇਸੇ ਤਰ੍ਹਾਂ ਜਿਹੜਾ ਇੱਕ ਮਰੀਜ਼ ਹੁੰਦਾ ਉਹਦੀਆਂ ਵੀ ਰੋਜ਼ਾਨਾ ਦੀਆਂ ਗਤੀਵਿਧੀਆਂ ਨੇ, ਜਿਵੇਂ ਕਿ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਨਹਾਉਣਾ, ਤੁਰਨਾ ਫਿਰਨਾ, ਵਾਸ਼ਰੂਮ ਜਾਣਾ, ਠੀਕ ਹੈ, ਇੱਧਰ ਉੱਧਰ ਬੈੱਡ ਤੋਂ ਤੁਰਨਾ ਫਿਰਨਾ, ਖਾਣਾ ਪੀਣਾ, ਕੱਪੜੇ ਪਾਉਣਾ, ਇਹ ਸਾਰੀਆਂ ਕੀ ਨੇ, ਡੇਲੀ ਲਿਵਿੰਗ ਦੀਆਂ ਐਕਟੀਵਿਟੀਜ਼ ਨੇ, ਰੋਜ਼ਾਨਾ ਦੀਆਂ ਐਕਟੀਵਿਟੀਜ਼ ਨੇ। ਤਾਂ ਜਿਹੜਾ ਮੇਨ ਜਿਹੜੀ ਕਹਿੰਦੇ ਗੱਲ ਹੈ ਕਿ ਪੇਸ਼ੈਂਟ ਨੂੰ ਕੇਅਰ ਦੇਣ ਦੇ ਵਿੱਚ ਅਸਿਸਟੈਂਸ ਦੇਣੀ ਜਿਹੜਾ GDA ਦਾ ਮੇਨ ਕੰਮ ਹੈ। ਠੀਕ ਹੈ ਜੀ। ਹੁਣ ਨੈਕਸਟ ਗੱਲ ਆ ਜਾਂਦੀ ਹੈ ਕਿ ਫਿਰ ਜਦੋਂ ਹੁਣ ਪੇਸ਼ੈਂਟ ਜਦੋਂ ਆਪਣੇ ਕੋਲ ਆਇਆ ਹੋਇਆ, ਜਦੋਂ ਮਰੀਜ਼ ਹੌਸਪੀਟਲ ਦੇ ਵਿੱਚ ਦਾਖਲ ਹੈ, ਤਾਂ ਉਹਦੀਆਂ ਕੀ ਇਹੋ ਜਿਹੀਆਂ ਲੋੜਾਂ ਨੇ ਜੋ ਕਿ ਉਹਨੂੰ ਆਰਾਮ ਪ੍ਰੋਵਾਈਡ ਕਰਨ ਦੇ ਲਈ ਚਾਹੀਦੀਆਂ ਨੇ। ਇਸ ਦੇ ਵਿੱਚ ਦੇਖੋ ਇਹ ਪੁਆਇੰਟਸ ਲਿਖੇ ਹੋਏ ਨੇ, ਜਿਸ ਦੇ ਵਿੱਚ ਆ ਜਾਂਦਾ ਹੈ ਕਿ ਜੋ ਵੀ ਤਾਪਮਾਨ ਹੈਗਾ ਇਹ ਰੂਮ ਦਾ, ਜਿਸ ਰੂਮ ਦੇ ਵਿੱਚ ਉਹਨੂੰ ਰੱਖਿਆ ਗਿਆ ਜਾਂ ਵਾਰਡ ਦੇ ਵਿੱਚ ਜਿੱਥੇ ਉਹਨੂੰ ਦਾਖਲ ਕੀਤਾ ਗਿਆ, ਉਹਦਾ ਰੂਮ ਜਿਹੜਾ ਹੈਗਾ ਮੌਸਮ ਦੇ ਅਨੁਸਾਰ ਅਨੁਕੂਲ ਹੋਣਾ ਚਾਹੀਦਾ। ਵੈਂਟੀਲੇਸ਼ਨ ਹੋਣੀ ਚਾਹੀਦੀ ਹੈ, ਪ੍ਰੋਪਰ ਹਵਾਦਾਰ ਕਮਰਾ ਹੋਣਾ ਚਾਹੀਦਾ, ਕੋਈ ਗੰਦੀ ਬਦਬੂ ਨਹੀਂ ਆਉਣੀ ਚਾਹੀਦੀ ਹੈਗੀ, ਕੋਈ ਵਾਧੂ ਜਿਹੜੀ ਨੋਇਜ਼ ਨਹੀਂ ਹੋਣੀ ਚਾਹੀਦੀ ਹੈਗੀ, ਵਾਧੂ ਦਾ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ ਹੈਗਾ, ਮਰੀਜ਼ ਦੀ ਸਫਾਈ ਹੋਣੀ ਚਾਹੀਦੀ ਹੈ, ਅਤੇ ਉਹਦੇ ਆਲੇ ਦੁਆਲੇ ਦੀ ਸਫਾਈ ਹੋਣੀ ਚਾਹੀਦੀ ਹੈ, ਜਿਹੜਾ ਬੈੱਡ ਹੈ ਉਹ ਬਿਲਕੁਲ ਆਰਾਮਦਾਇਕ ਹੋਣਾ ਚਾਹੀਦਾ, ਅਤੇ ਧੂੜ ਮਿੱਟੀ ਨਹੀਂ ਹੋਣੀ ਚਾਹੀਦੀ ਹੈਗੀ। ਇਹ ਸਾਰੀਆਂ ਚੀਜ਼ਾਂ ਨੇ ਜੋ ਕਿ ਆਪਾਂ ਨੇ ਧਿਆਨ 'ਚ ਰੱਖਣੀਆਂ ਨੇ ਮਰੀਜ਼ ਨੂੰ ਆਰਾਮ ਦੇਣ ਦੇ ਲਈ। ਅਤੇ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਕਿ ਪੇਸ਼ੈਂਟ ਦੀ ਸੁਰੱਖਿਆ, ਮਰੀਜ਼ ਦੀ ਸੁਰੱਖਿਆ। ਜਦੋਂ ਮਰੀਜ਼ ਹੌਸਪੀਟਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਹੌਸਪੀਟਲ ਦੀ ਜ਼ਿੰਮੇਵਾਰੀ ਹੈ, ਅਤੇ ਉਹਦੀ ਸੁਰੱਖਿਆ ਵੀ ਹੌਸਪੀਟਲ ਦੀ ਜ਼ਿੰਮੇਵਾਰੀ ਹੈ। ਅਤੇ ਉਹਦੀ ਸੁਰੱਖਿਆ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਉਹ ਰੈਸਟ ਕਰ ਸਕੇ ਚੰਗੀ ਤਰ੍ਹਾਂ ਨਾਲ, ਉਹਦਾ ਇਨਵਾਇਰਮੈਂਟ ਇੰਨਾ ਕੁ ਵਧੀਆ ਹੋਣਾ ਚਾਹੀਦਾ, ਅਤੇ ਜਿਸ ਇਨਵਾਇਰਮੈਂਟ 'ਚ ਉਹਨੂੰ ਰੱਖਿਆ ਗਿਆ ਉੱਥੇ ਉਹ ਸੁਰੱਖਿਅਤ ਹੋਵੇ, ਉਹਨੂੰ ਕੋਈ ਖਤਰਾ ਨਾ ਹੋਵੇ। ਜਿਸ ਇਨਵਾਇਰਮੈਂਟ ਦੇ ਵਿੱਚ ਉਹਨੂੰ ਰੱਖ ਰਹੇ ਹੋ ਉੱਥੇ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ, ਪ੍ਰੋਪਰ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ, ਹਵਾਦਾਰ ਕਮਰਾ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਅਤੇ ਕੁਝ ਇਕਵਿਪਮੈਂਟਸ ਜਿਹੜੀਆਂ ਹੈਗੀਆਂ ਨੇ ਹੌਸਪੀਟਲ ਦੇ ਵਿੱਚ ਰਹਿਣ ਦੇ ਲਈ ਮਰੀਜ਼ ਨੂੰ ਚਾਹੀਦੀਆਂ ਨੇ, ਜਿਵੇਂ ਕਿ ਬੈੱਡ ਸਾਈਡ ਟੇਬਲ, ਸਿੰਕ ਹੋਣਾ ਚਾਹੀਦਾ ਹੱਥ ਮੂੰਹ ਧੋਣ ਨੂੰ, ਬੈੱਡ ਹੋਣਾ ਚਾਹੀਦਾ, ਗੱਦਾ ਹੋਣਾ ਚਾਹੀਦਾ, IV ਪੋਲ ਗਲੂਕੋਸ ਲਗਾਉਣ ਲਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਉਹ ਹੋਣੀਆਂ ਚਾਹੀਦੀਆਂ ਨੇ ਹੌਸਪੀਟਲ ਦੇ ਵਿੱਚ ਜਿੱਥੇ ਉਹ ਰਹਿ ਰਿਹਾ, ਜਿਸ ਵਾਰਡ ਦੇ ਵਿੱਚ ਰਹਿ ਰਿਹਾ। ਅਤੇ ਜਦੋਂ ਤੁਸੀਂ ਹੌਸਪੀਟਲ ਦੇ ਵਿੱਚ ਤੁਸੀਂ ਨਿਯਮਾਂ ਦੀ ਪਾਲਣਾ ਕਰਨੀ ਹੈ। GDA ਦਾ ਇਹ ਫਰਜ਼ ਬਣਦਾ ਕਿ ਉਹ ਜਦੋਂ ਤੁਰ ਫਿਰ ਰਿਹਾ ਜਾਂ ਉਹਨੇ ਇੱਕ ਵਾਰਡ ਤੋਂ ਦੂਜੇ ਵਾਰਡ 'ਚ ਜਾਣਾ ਹੈ ਤਾਂ ਉਹ ਨਿਯਮਾਂ ਦੀ ਪਾਲਣਾ ਕਰੇ। ਜਿਵੇਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਦੇ ਹਾਂ ਕਿ ਲੈਫਟ ਤੁਰਨਾ ਹੈ, ਠੀਕ ਹੈ ਨਾ, ਜੇ ਕੁਛ ਵੀ ਰਸਤੇ 'ਚ ਪਿਆ ਤਾਂ ਉਹਨੂੰ ਇੱਕ ਸਾਈਡ 'ਤੇ ਕਰ ਦੇਣਾ ਹੈ। ਅਗਰ ਕੋਈ ਸਫਾਈ ਵਗੈਰਾ ਹੋਈ ਹੈ ਕਿਸੇ ਏਰੀਆ ਦੀ ਤਾਂ ਉੱਥੇ ਸਾਈਨ ਹੋਣਾ ਚਾਹੀਦਾ, ਸਾਈਨ ਬੋਰਡ ਹੋਣਾ ਚਾਹੀਦਾ ਕਿ ਇੱਥੇ ਧਿਆਨ ਨਾਲ ਚੱਲੋ। ਠੀਕ ਹੈ ਜੀ। ਅਗਲੀ ਗੱਲ ਆ ਜਾਂਦੀ ਹੈ ਕਿ ਜਿਹੜਾ ਇੱਕ ਗੁੱਡ GDA ਹੈ, ਇੱਕ ਵਧੀਆ GDA, ਜਿਵੇਂ ਕਿ ਹੁਣ ਆਪਾਂ ਆਪਣੀ ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲਈਏ ਕਿ ਵਧੀਆ ਇਨਸਾਨ ਆਪਾਂ ਕਿਹਨੂੰ ਕਹਾਂਗੇ, ਜਿਹੜਾ ਇਮਾਨਦਾਰ ਹੋਵੇ, ਝੂਠ ਨਾ ਬੋਲਦਾ ਹੋਵੇ, ਆਪਣਾ ਕੰਮ ਵਧੀਆ ਢੰਗ ਨਾਲ ਕਰੇ, ਅਨੁਸ਼ਾਸਨ ਵਿੱਚ ਰਹੇ, ਉਹਦੀਆਂ ਕੁਆਲਿਟੀਜ਼ ਹੋਣਗੀਆਂ, ਉਹਦੀਆਂ ਵਿਸ਼ੇਸ਼ਤਾਵਾਂ ਹੋਣਗੀਆਂ। ਇਸੇ ਤਰ੍ਹਾਂ ਜਿਹੜਾ ਇੱਕ GDA ਹੈ ਜਿਹਨੂੰ ਆਪਾਂ ਗੁੱਡ ਕਹਿ ਸਕਦੇ ਹਾਂ, ਇੱਕ ਵਧੀਆ GDA ਕਿਹਨੂੰ ਕਹਾਂਗੇ, ਜਿਸ ਦੇ ਵਿੱਚ ਕਹਿੰਦੇ ਜਿਹੜਾ ਕਿ
ਆਪਣੇ ਕੰਮ ਦੇ ਪ੍ਰਤੀ ਜਾਗਰੂਕ ਹੈ। ਪਹਿਲੀ ਗੱਲ ਤਾਂ ਉਹ ਜਦੋਂ ਵੀ ਮਰੀਜ਼ ਦੇ ਨਾਲ ਕੋਈ ਕੰਮ ਕਰ ਰਿਹਾ, ਮਰੀਜ਼ ਦੀ ਕੋਈ ਸਰਜਰੀ ਦੇ ਲਈ ਉਹਦੇ ਕੰਸੈਂਟ ਲੈਣਾ, ਉਹਦੀ ਮਰਜ਼ੀ ਪੁੱਛਣੀ, ਅਤੇ ਜੋ ਵੀ ਮਰੀਜ਼ ਉਹਨੂੰ ਕੋਈ ਗੱਲਬਾਤ ਦੱਸ ਰਿਹਾ ਹੈ ਤਾਂ ਉਹਦੀ ਕੌਨਫੀਡੈਂਸ਼ੀਅਲਿਟੀ ਮੇਨਟੇਨ ਕਰਨੀ। ਕੌਨਫੀਡੈਂਸ਼ੀਅਲਿਟੀ ਮਤਲਬ ਕਿਆ ਹੈ ਕਿ ਕਿਸੇ ਹੋਰ ਨੂੰ ਉਹ ਗੱਲ ਨਹੀਂ ਦੱਸਣੀ ਹੈਗੀ, ਅਤੇ ਸੰਚਾਰ ਠੀਕ ਤਰ੍ਹਾਂ ਹੋਣਾ ਚਾਹੀਦਾ ਹੈ। ਅਤੇ ਜਿਹੜੇ ਵੀ ਕਲਚਰ ਦੇ ਰਿਲੇਟਡ ਮਰੀਜ਼ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ, ਕਿਉਂਕਿ ਕਈ ਵਾਰੀ ਕੀ ਹੁੰਦਾ, ਕਈ ਮਰੀਜ਼ ਇੱਦਾਂ ਦੇ ਹੁੰਦੇ ਨੇ ਜੋ ਕਹਿੰਦੇ ਨੇ ਅਸੀਂ ਨੋਨ ਵੈਜ ਨਹੀਂ ਖਾ ਸਕਦੇ, ਸਾਡਾ ਰਿਲੀਜਨ ਅਲਾਓ ਨਹੀਂ ਕਰਦਾ, ਤਾਂ ਐਸੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਅਤੇ ਹੁਣ ਦੇਖੋ ਇਹਦੇ ਵਿੱਚ ਕੁਆਲਿਟੀਜ਼ ਲਿਖੀਆਂ ਹੋਈਆਂ ਨੇ, ਐਮਪਥੀ ਹੋਣੀ ਚਾਹੀਦੀ ਹੈ, ਸਹਾਨੂਭੂਤੀ ਹੋਣੀ ਚਾਹੀਦੀ ਹੈ, ਅਤੇ ਉਹ ਕਿਸੇ 'ਤੇ ਡਿਪੈਂਡ ਨਾ ਕਰੇ, ਉਹਦੇ ਕੋਲ ਇੱਛਾ ਹੋਣੀ ਚਾਹੀਦੀ ਹੈ ਸਿੱਖਣ ਦੀ, ਉਹਦੇ ਕੋਲ ਪੇਸ਼ੈਂਸ ਹੋਣੀ ਚਾਹੀਦੀ ਹੈ, ਉਹਦੇ ਕੋਲ ਆਪਣੇ ਆਪ ਨੂੰ ਮੋਟੀਵੇਟ ਕਰਨ ਦੇ ਲਈ ਖੁਦ ਹੀ ਸੈਲਫ ਮੋਟੀਵੇਸ਼ਨ ਹੋਣੀ ਚਾਹੀਦੀ ਹੈ। ਇੱਦਾਂ ਨਹੀਂ ਹੈਗਾ ਕਿ ਉਹਨੂੰ ਹਮੇਸ਼ਾ ਕੁਝ ਨਾ ਕੁਝ ਸਮਝਾਉਣਾ ਪਵੇ, ਠੀਕ ਹੈ ਜੀ। ਇਹ ਸਾਰੇ ਮਤਲਬ ਇੱਕ ਟੀਮ ਦੇ ਵਿੱਚ ਵਧੀਆ ਕੰਮ ਕਰਨ ਦੇ ਉਹਦੇ ਵਿੱਚ ਗੁਣ ਹੋਣੇ ਚਾਹੀਦੇ ਨੇ। ਇਹ ਸਾਰੇ ਗੁਣ ਜਿਹੜੇ ਹੁੰਦੇ ਨੇ ਇੱਕ ਵਧੀਆ GDA ਦੇ ਵਿੱਚ ਹੋਣੇ ਚਾਹੀਦੇ ਨੇ। ਹੁਣ ਅਗਲੀ ਗੱਲ ਆ ਗਈ ਹੈ ਕਿ ਕੇਅਰ ਪਲਾਨ। ਜਦੋਂ ਮਰੀਜ਼ ਆਪਣੇ ਕੋਲ ਹਸਪੀਟਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੇ ਲਈ ਇੱਕ ਕੇਅਰ ਪਲਾਨ ਬਣਾਇਆ ਜਾਂਦਾ, ਉਹਦੀ ਕੇਅਰ ਕਰਨ ਦੇ ਲਈ ਇੱਕ ਯੋਜਨਾ ਬਣਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਉਹਨੂੰ ਕੇਅਰ ਪ੍ਰੋਵਾਈਡ ਕਰਨੀ ਹੈ, ਕਿਸ ਤਰ੍ਹਾਂ ਉਹਦਾ ਇਲਾਜ ਕਰਨਾ। ਉਸ ਦੇ ਵਿੱਚ ਸਾਰਾ ਕੁਛ ਆ ਜਾਂਦਾ, ਉਹਨੂੰ ਕੀ ਖਿਲਾਣਾ ਪਿਲਾਣਾ, ਕਿਹੜਾ ਟੀਕਾ ਲਾਣਾ, ਕਿਹੜੀ ਦਵਾਈ ਦੇਣੀ ਹੈ, ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਤਾਂ ਕਹਿੰਦੇ ਜਿਹੜਾ ਇੱਕ ਕੇਅਰ ਪਲਾਨ ਹੈ ਉਸ ਦੇ ਵਿੱਚ ਕੀ ਹੁੰਦਾ, ਮੇਨਲੀ ਸਾਰੇ ਹੈਲਥ ਸਟੇਟਸ ਹੁੰਦੇ ਨੇ। ਜੋ ਆਪਾਂ ਮਰੀਜ਼ ਨੂੰ ਜਦੋਂ ਆਇਆ ਆਪਣੇ ਕੋਲ ਤਾਂ ਆਪਾਂ ਜੋ ਵੀ ਉਹਦੀ ਜਾਂਚ ਕੀਤੀ ਉਹਦਾ ਸਾਰਾ ਕਲੈਕਸ਼ਨ ਕਰ ਲਈ ਆਪਾਂ ਸਾਰੇ ਡਾਟਾ ਦੀ, ਫਿਰ ਉਹਨੂੰ ਐਨਾਲਿਸਿਸ ਕਰਨਾ। ਐਨਾਲਿਸਿਸ ਕਰਨ ਤੋਂ ਬਾਅਦ ਫਿਰ ਆਪਾਂ ਨੇ ਦੇਖਣਾ ਹੈ ਕਿ ਉਹਦੀ ਪ੍ਰਾਇਰਟੀਜ਼ ਕੀ ਨੇ, ਕਿਹੜੀ ਪ੍ਰੋਬਲਮ ਇਹੋ ਜਿਹੀ ਹੈ ਜਿਹੜੀ ਆਪਾਂ ਪਹਿਲਾਂ ਦੇਖਣੀ ਹੈ ਜਾਂ ਜਿਹਦੇ 'ਤੇ ਆਪਾਂ ਨੇ ਪਹਿਲਾਂ ਐਕਟ ਕਰਨਾ। ਫਿਰ ਉਸ ਤੋਂ ਬਾਅਦ ਆਪਾਂ ਨੇ ਪਲੈਨਿੰਗ ਬਣਾਉਣੀ ਹੈ, ਯੋਜਨਾ ਬਣਾਉਣੀ ਹੈ ਕਿ ਆਪਾਂ ਹੁਣ ਇਹਨੂੰ ਟੈਕਲ ਕਿਵੇਂ ਕਰੀਏ। ਫਿਰ ਯੋਜਨਾ ਬਣਾਉਣ ਤੋਂ ਬਾਅਦ ਫਿਰ ਆਪਾਂ ਨੇ ਉਸ ਯੋਜਨਾ ਨੂੰ ਲਾਗੂ ਕਰਨਾ, ਅਤੇ ਲਾਗੂ ਕਰਨ ਤੋਂ ਬਾਅਦ ਫਿਰ ਆਪਾਂ ਦੇਖਣਾ ਹੈ ਕਿ ਉਹ ਜਿਹੜੀ ਆਪਣੀ ਯੋਜਨਾ ਸੀਗੀ ਕਿੰਨੀ ਕੁ ਸਫਲ ਹੋਈ ਹੈ। ਉਹ ਕਿੱਦਾਂ ਪਤਾ ਲੱਗੂਗਾ, ਜੇ ਮਰੀਜ਼ ਦੇ ਵਿੱਚ ਕਿੰਨਾ ਕੁ ਅਸਰ ਹੈ। ਤਾਂ ਇਹਦੇ ਵਿੱਚ ਦੇਖੋ ਕੇਅਰ ਪਲਾਨ ਦੇ 5 ਸਟੈਪ ਹੁੰਦੇ ਨੇ, ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਅਸੈਸਮੈਂਟ ਦਾ ਮਤਲਬ ਹੈ ਕਿ ਜਾਂਚ ਕਰਨੀ, ਜੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ। ਫਿਰ ਨਰਸਿੰਗ ਡਾਇਗਨੋਸਿਸ ਮਤਲਬ ਤੁਸੀਂ ਐਨਾਲਿਸਿਸ ਕਰਕੇ ਇੱਕ ਨਾਮ ਦੇਤਾ ਪ੍ਰੋਬਲਮ ਨੂੰ, ਕਿਹੜੀ ਪ੍ਰੋਬਲਮ ਹੈ। ਫਿਰ ਉਸ ਤੋਂ ਬਾਅਦ ਤੁਸੀਂ ਯੋਜਨਾ ਬਣਾ ਲਈ, ਉਹਦੇ ਅਕੋਰਡਿੰਗ ਫਿਰ ਉਹਨੂੰ ਲਾਗੂ ਕਰਤਾ। ਲਾਗੂ ਕਰਨ ਤੋਂ ਬਾਅਦ ਫਿਰ ਦੇਖਣਾ ਕਿ ਕੀ ਆਊਟਕਮ ਨਿਕਲਿਆ। ਹੁਣ ਉਸ ਤੋਂ ਬਾਅਦ ਅਗਲਾ ਲੈਸਨ ਹੈਗਾ ਪੇਸ਼ੈਂਟ ਨੂੰ ਖਾਣਾ ਖਿਲਾਉਣਾ। ਦੇਖੋ ਜਦੋਂ ਹਸਪੀਟਲ ਦੇ ਵਿੱਚ ਮਰੀਜ਼ ਆਉਂਦਾ ਹੈ ਤਾਂ ਓਬਵੀਅਸਲੀ ਉਹ ਖਾਣਾ ਵੀ ਖਾਂਦਾ, ਖਾਣ ਬਿਨਾਂ ਜਾਂ ਪੀਣ ਬਿਨਾਂ ਆਪਾਂ ਰਹਿ ਨਹੀਂ ਸਕਦੇ। ਅਤੇ ਜੇ ਮਰੀਜ਼ ਆਪਣੇ ਕੋਲ 10 ਦਿਨ 12 ਦਿਨ ਰਹਿ ਰਿਹਾ ਹੈ ਤਾਂ ਉਹਨੂੰ ਖਾਣਾ ਖਿਲਾਉਣ ਦੀ ਜ਼ਿੰਮੇਵਾਰੀ ਹਸਪੀਟਲ ਦੀ ਹੁੰਦੀ ਹੈ। ਹੁਣ ਗੱਲ ਆਉਂਦੀ ਹੈ ਕਿ ਜਿਹੜਾ ਇੱਕ ਵਧੀਆ ਪੌਸ਼ਟਿਕ ਤੱਤ ਵਾਲਾ ਇਨਸਾਨ ਹੈ, ਜਿਹਨੂੰ ਪੌਸ਼ਟਿਕ ਤੱਤ ਪੂਰੇ ਮਿਲ ਰਹੇ ਨੇ, ਪੋਸ਼ਣ ਮਿਲ ਰਿਹਾ ਹੈ, ਉਹਦੇ ਵਿੱਚ ਕਹਿੰਦੇ ਕੀ ਕੁਆਲਿਟੀਜ਼ ਹੋਣਗੀਆਂ। ਉਸ ਦੇ ਵਿੱਚ ਇਹ ਕਹਿੰਦੇ ਕਿ ਉਹਦਾ ਨੋਰਮਲ ਵੇਟ 'ਤੇ ਹਾਈਟ ਹੋਊਗਾ, ਉਹਦੇ ਵਾਲ ਠੀਕ ਹੋਣਗੇ, ਉਹਦੀ ਭੁੱਖ ਵਧੀਆ ਹੋਊਗੀ, ਉਹ ਐਕਟਿਵ ਹੋਊਗਾ, ਉਹਦੀ ਸਕਿਨ ਵਧੀਆ ਹੋਊਗੀ, ਉਹਦੀ ਚਮੜੀ ਬਿਲਕੁਲ ਹੈਲਦੀ ਹੋਊਗੀ, ਉਹਦਾ ਪੋਸਚਰ ਠੀਕ ਹੋਊਗਾ, ਉਹਦੀਆਂ ਬੋਨਸ 'ਚ ਕੋਈ ਪ੍ਰੋਬਲਮ ਨਹੀਂ ਹੋਊਗੀ, ਉਹਦੀ ਕੋਈ ਵੀ ਬੋਨਸ ਦੇ ਵਿੱਚ ਜਾਂ ਕੋਈ ਉਹਦੇ ਪੋਸਚਰ ਦੇ ਰਿਲੇਟਡ ਉਹਨੂੰ ਪੇਨ ਨਹੀਂ ਹੋਊਗੀ, ਠੀਕ ਹੈ। ਉਹਦਾ ਨੋਰਮਲ ਸਲੀਪਿੰਗ ਪੈਟਰਨ ਹੋਊਗਾ, ਉਹਨੂੰ ਨੀਂਦ ਵੀ ਆਰਾਮ ਨਾਲ ਆਏਗੀ, ਉਹਦੇ ਵਿੱਚ ਕੋਈ ਖੂਨ ਦੀ ਕਮੀ ਨਹੀਂ ਹੋਏਗੀ। ਤਾਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਅਗਰ ਕਹਿੰਦੇ ਪਰ ਜੇ ਕਿਸੇ ਨੂੰ ਪੋਸ਼ਣ ਦੀ ਕਮੀ ਹੈ ਤਾਂ ਉਸ ਦੇ ਵਿੱਚ ਦੇਖੋ ਆਪਾਂ ਦੇਖ ਸਕਦੇ ਹਾਂ ਕਿ ਉਹਦੇ ਜਿਹੜੇ ਵਾਲ ਹੈਗੇ ਨੇ ਰਫ ਹੋਣਗੇ, ਪਤਲੇ ਹੋਣਗੇ, ਜਿਹੜੀ ਉਹਦੀ ਸਕਿਨ ਹੈ ਉਹਦੇ ਵਿੱਚ ਐਕਸੈਸਿਵ ਬਰੂਜ਼ਿੰਗ ਮਤਲਬ ਸੁੱਕੀ ਜਿਹੀ ਹੋਏਗੀ, ਡਰਾਈਨੈਸ ਹੋਏਗੀ, ਅਤੇ ਜਿਹੜਾ ਉਹਦਾ ਪੋਸਚਰ ਹੈ ਉਹ ਵੀ ਠੀਕ ਨਹੀਂ ਹੋਏਗਾ। ਉਹਦੀਆਂ ਬੋਨਸ ਜਿਹੜੀਆਂ ਹੈਗੀਆਂ ਫਰਜਾਈਲ ਮਤਲਬ ਆਸਾਨੀ ਨਾਲ ਟੁੱਟ ਸਕਦੀਆਂ ਨੇ, ਅਤੇ ਉਹਨੂੰ ਮੈਂਟਲੀ ਕਨਫਿਊਜ਼ਨ ਵੀ ਹੋ ਸਕਦੀ ਹੈ। ਅਤੇ ਟਾਈਪਸ ਆਫ ਡਾਈਟਸ ਕਹਿੰਦੇ ਕਿਹੜੀਆਂ ਡਾਈਟਸ ਜਿਹੜੀਆਂ ਹੈਗੀਆਂ ਨੇ ਹਸਪੀਟਲ 'ਚ ਸਰਵ ਕੀਤੀਆਂ ਜਾਂਦੀਆਂ ਨੇ। ਕਹਿੰਦੇ 4 ਤਰ੍ਹਾਂ ਦੇ ਪ੍ਰੋਡਕਟਸ ਹੁੰਦੇ ਨੇ ਜੋ ਕਿ ਹਰ ਇੱਕ ਡਾਈਟ 'ਚ ਮਿਲਣਗੇ। ਡੇਅਰੀ ਪ੍ਰੋਡਕਟਸ, ਮੀਟ, ਫਰੂਟਸ ਐਂਡ ਵੈਜੀਟੇਬਲਸ, ਗ੍ਰੇਨਸ। ਇਹਨਾਂ ਸਾਰੇ 4 ਪ੍ਰੋਡਕਟਸ ਦੇ ਵਿੱਚੋਂ ਅੱਗੇ ਜਿਹੜੀਆਂ ਇਹਦੀਆਂ ਕੈਟੇਗਰੀਜ਼ ਬਣੀਆਂ ਹੋਈਆਂ ਨੇ ਉਸ ਦੇ ਵਿੱਚੋਂ ਹੀ ਕਹਿੰਦੇ ਕੋਈ ਨਾ ਕੋਈ ਜਿਹੜੀ ਹੈਗੀ ਹੈ ਇੱਕ ਕੈਟੇਗਰੀ ਦਾ ਫੂਡ ਜਿਹੜਾ ਹੈਗਾ ਇਹ ਮਰੀਜ਼ ਨੂੰ ਦਿੱਤਾ ਜਾਂਦਾ ਉਹਨਾਂ ਦੀ ਬਿਮਾਰੀ ਦੇ ਅਕੋਰਡਿੰਗ। ਅਗਲੀ ਗੱਲ ਆ ਗਈ, ਕਹਿੰਦੇ ਜਿਹੜੇ ਡਾਈਟਸ ਹੁੰਦੀਆਂ ਨੇ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ। ਫੁੱਲ ਡਾਈਟ ਜੋ ਕਿ ਨੋਰਮਲ ਡਾਈਟ ਹੁੰਦੀ ਹੈ ਜੋ ਕਿ ਆਪਾਂ ਖਾਂਦੇ ਹਾਂ, ਅਤੇ ਸੌਫਟ ਡਾਈਟ ਜਿਵੇਂ ਕਿ ਬ੍ਰੈਡ ਹੋ ਗਿਆ, ਦਲੀਆ ਹੋ ਗਿਆ, ਖਿਚੜੀ ਹੋ ਗਈ। ਲਿਕੁਅਡ ਡਾਈਟ ਜਿਵੇਂ ਜੂਸ ਵਗੈਰਾ ਹੋ ਗਿਆ। ਕਲੀਅਰ ਫਲੂਇਡ ਡਾਈਟ ਜਿਵੇਂ ਬਿਲਕੁਲ ਪਾਣੀ ਹੋ ਗਿਆ ਜਾਂ ਗਲੂਕੋਸ ਲਗਾਉਣਾ। ਫੁੱਲ ਫਲੂਇਡ ਡਾਈਟ ਬਿਲਕੁਲ ਹੀ ਪਾਣੀ। ਅਤੇ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਸਪੈਸ਼ਲ ਡਾਈਟਸ ਜਿਵੇਂ ਹਾਈਪਰਟੈਂਸ਼ਨ ਦੇ ਲਈ ਆਪਾਂ ਘੱਟ ਨਮਕ ਦਿੰਦੇ ਹਾਂ, ਜਿਹਦਾ BP ਵੱਧਦਾ ਹੈ ਨਾ, ਅਤੇ ਅਗਰ ਜੇ ਕਿਸੇ ਨੂੰ ਸ਼ੂਗਰ ਹੈ ਤਾਂ ਉਹਨੂੰ ਆਪਾਂ ਬਿਨਾਂ ਮਿੱਠੇ ਤੋਂ ਖਾਣਾ ਪੀਣਾ ਦਿੰਦੇ ਹਾਂ, ਠੀਕ ਹੈ ਜੀ। ਹੁਣ ਅਗਲੀ ਗੱਲ ਆ ਜਾਂਦੀ ਆ, ਅਗਲਾ ਲੈਸਨ ਆ ਜਾਂਦਾ ਆਪਣਾ ਕਿ ਅਹਿਮ ਚਿੰਨ੍ਹ ਕੀ ਹੁੰਦੇ ਨੇ। ਅਹਿਮ ਚਿੰਨ੍ਹ ਦੇਖੋ ਨਾਮ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਅਹਿਮ, ਇੰਪੋਰਟੈਂਟ ਨੇ। ਇੰਪੋਰਟੈਂਟ ਕਿਉਂ ਨੇ? ਕਿਉਂਕਿ ਇਹਨਾਂ ਦੇ ਰਾਹੀਂ ਹੀ ਆਪਣੇ ਸਰੀਰ ਦੇ ਵਿੱਚ ਜੋ ਵੀ ਹੋ ਰਿਹਾ, ਅਗਰ ਕੋਈ ਵੀ ਹਿਲਜੁਲ ਹੁੰਦੀ ਹੈ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ, ਆਪਾਂ ਨੂੰ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਚੇਂਜ ਦਿਖੇਗਾ। ਅਤੇ ਤੁਸੀਂ ਇੱਥੇ ਦੇਖ ਸਕਦੇ ਹੋ 4 ਵਾਈਟਲ ਸਾਈਨਸ ਹੁੰਦੇ ਨੇ: ਹਾਰਟ ਰੇਟ, ਬਲੱਡ ਪ੍ਰੈਸ਼ਰ,
ਰੈਸਪੀਰੇਸ਼ਨ, ਟੈਂਪਰੇਚਰ, ਕਈ ਵਾਰੀ ਆਪਾਂ ਪੰਜਵਾਂ ਆਕਸੀਜਨ ਸੈਚੂਰੇਸ਼ਨ ਵੀ ਕਾਊਂਟ ਕਰ ਲੈਂਦੇ ਹਾਂ, ਬਟ ਵੈਸੇ ਆਪਾਂ 4 ਹੀ ਕਾਊਂਟ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਤਾਪਮਾਨ ਦੀ। ਟੈਂਪਰੇਚਰ, ਆਪਣੇ ਸਰੀਰ ਦਾ ਜਿਹੜਾ ਤਾਪਮਾਨ ਹੈ ਨੋਰਮਲ 37 ਡਿਗਰੀ ਸੈਲਸੀਅਸ ਜਾਂ ਫਿਰ ਆਪਾਂ 98.6 ਡਿਗਰੀ ਫਾਰਨਹਾਈਟ ਦੇ ਵਿੱਚ ਕਹਿ ਦਿੰਦੇ ਆ। ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਥਰਮਾਮੀਟਰ ਦੇ ਨਾਲ ਇਹਨੂੰ ਮਾਪਿਆ ਜਾਂਦਾ ਹੈ, ਡਿਜੀਟਲ ਥਰਮਾਮੀਟਰ ਹੈ, ਮਰਕਰੀ ਥਰਮਾਮੀਟਰ ਦੇ ਨਾਲ ਵੀ ਆਪਾਂ ਇਹਨੂੰ ਮਾਪ ਸਕਦੇ ਹਾਂ। ਠੀਕ ਹੈ ਜੀ। ਤੇ ਜਿਹੜਾ ਟੈਂਪਰੇਚਰ ਹੈ ਮੋਸਟਲੀ ਔਰਲੀ ਹੀ ਮਾਪਿਆ ਜਾਂਦਾ ਹੈ। ਇਸ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੇ ਜਿਹੜਾ ਥਰਮਾਮੀਟਰ ਹੈ ਉਹ ਬਿਲਕੁਲ ਸਾਫ਼ ਸੁਥਰਾ ਕਰਕੇ ਆਪਣੇ ਹੱਥ ਧੋ ਕੇ ਸਾਫ਼ ਸੁਥਰਾ ਥਰਮਾਮੀਟਰ ਆਪਣੇ ਮਰੀਜ਼ ਨੂੰ ਦੇਣਾ ਤੇ ਉਹਨੂੰ ਕਹਿਣਾ ਕਿ ਆਪਣੇ ਮੂੰਹ ਦੇ ਵਿੱਚੋਂ 2 ਤੋਂ 3 ਮਿੰਟ ਦੇ ਲਈ ਜੀਭ ਦੇ ਥੱਲੇ ਰੱਖੇ ਤੇ ਫਿਰ ਉਸ ਤੋਂ ਬਾਅਦ ਉਹ ਟਾਈਮ ਨੋਟ ਕਰਦਾ ਇੱਕ ਸਾਈਡ ਤੇ ਦੇਖਦਾ ਹੈ ਕਿ ਕਿੰਨੇ ਟਾਈਮ, ਮਤਲਬ ਜਦੋਂ ਟਾਈਮ ਹੋ ਜਾਂਦਾ ਤਾਂ ਉਹਨੂੰ ਥਰਮਾਮੀਟਰ ਨੂੰ ਕੱਢ ਕੇ ਉਹ ਜਿਹੜਾ ਟੈਂਪਰੇਚਰ ਹੈਗਾ ਉਹਨੂੰ ਰਿਕਾਰਡ ਕਰ ਲੈਂਦਾ। ਇਸੇ ਤਰ੍ਹਾਂ ਅਗਲਾ ਵਾਈਟਲ ਸਾਈਨ ਹੈ ਨਬਜ਼, ਪਲਸ। ਇੱਥੇ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਅੰਗੂਠੇ ਵਾਲੀ ਸਾਈਡ ਹੁੰਦੀ ਹੈ ਨਾ, ਉੱਥੇ ਤੁਸੀਂ 2 ਫਿੰਗਰਸ ਰੱਖ ਕੇ ਜਿਹੜੀ ਪਲਸ ਹੈਗੀ ਹੈ ਨਾ ਉਹਨੂੰ ਫੀਲ ਕਰ ਸਕਦੇ ਹੋ। ਤੇ ਕਹਿੰਦੇ ਜਿਹੜੀ ਪਲਸ ਹੈ ਉਹ ਹਾਰਟ ਦੇ ਰਿਦਮ ਦੇ ਨਾਲ ਹੀ ਮੈਚ ਕਰਦੀ ਹੈ। ਜਿਵੇਂ ਜਿਵੇਂ ਆਪਣਾ ਹਾਰਟ ਪੰਪ ਕਰਦਾ ਉਵੇਂ ਹੀ ਆਪਣੀ ਜਿਹੜੀ ਪਲਸ ਹੈਗੀ ਉਹ ਚੱਲਦੀ ਹੈ। ਨੋਰਮਲ ਜਿਹੜੀ ਪਲਸ ਹੁੰਦੀ ਹੈ 60 ਤੋਂ ਲੈ ਕੇ 80 ਬੀਟਸ ਪਰ ਮਿੰਟ ਹੁੰਦੀ ਹੈ ਤੇ ਆਪਾਂ 1 ਮਿੰਟ ਲਈ ਪਲਸ ਨੂੰ ਕਾਊਂਟ ਕਰਦੇ ਹਾਂ। ਅਗਲੀ ਗੱਲ ਆ ਜਾਂਦੀ ਹੈ ਜੀ ਸਾਹ ਕਿਰਿਆ। ਸਾਹ ਕਿਰਿਆ ਹੁੰਦੀ ਹੈ ਨੋਰਮਲੀ 12 ਤੋਂ ਲੈ ਕੇ 16 ਪ੍ਰਤੀ ਮਿੰਟ, ਮਤਲਬ ਆਪਾਂ 1 ਮਿੰਟ ਦੇ ਵਿੱਚ 12 ਤੋਂ ਲੈ ਕੇ 16 ਵਾਰ ਸਾਹ ਲੈ ਲੈਂਦੇ ਹਾਂ। ਇਸ ਦੇ ਵਿੱਚ ਵੀ ਕੀ ਹੁੰਦਾ, ਜਿਵੇਂ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਆ ਜਿਹੜੀ ਗਰਲ ਹੈਗੀ ਹੈ ਇਹਨੇ ਆਪਣੇ ਫੋਨ ਦੇ ਉੱਤੇ ਟਾਈਮ ਦੇਖ ਰਹੀ ਹੈ 1 ਮਿੰਟ ਤੇ ਨਾਲ ਦੀ ਨਾਲ ਇਹ ਬੰਦੇ ਨੂੰ ਅਬਜ਼ਰਵ ਕਰ ਰਹੀ ਹੈ, ਇਸ ਇਨਸਾਨ ਨੂੰ ਅਬਜ਼ਰਵ ਕਰ ਰਹੀ ਹੈ। ਇਸ ਦੇ ਵਿੱਚ ਕੀ ਹੋਏਗਾ, ਜਾਂ ਤਾਂ ਆਪਾਂ ਛਾਤੀ ਦੀ ਮੂਵਮੈਂਟ ਦੇਖ ਲਈਏ ਜਾਂ ਫਿਰ ਆਪਾਂ ਪੇਟ ਦੀ ਮੂਵਮੈਂਟ ਦੇਖ ਲਈਏ ਤੇ ਨਾਲ ਦੀ ਨਾਲ ਆਪਾਂ ਕਾਊਂਟ ਕਰ ਲਾਂਗੇ ਕਿ 1 ਮਿੰਟ ਦੇ ਵਿੱਚ ਕਿੰਨੀ ਮੂਵਮੈਂਟ ਹੋਈ ਹੈ ਤੇ ਉਹੀ ਆਪਣੀ ਸਾਹ ਕਿਰਿਆ ਬਣ ਜਾਏਗੀ। ਅਗਲੀ ਗੱਲ ਆ ਜਾਂਦੀ ਹੈ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਹੁੰਦਾ ਹੈ ਜਿਸ ਤਰ੍ਹਾਂ ਆਪਣੇ ਸਰੀਰ ਦੇ ਵਿੱਚ ਬਲੱਡ ਜਿਹੜਾ ਹੈਗਾ ਏ ਕਿਸ ਫੋਰਸ ਦੇ ਨਾਲ ਮੂਵ ਕਰ ਰਿਹਾ ਪੂਰੀ ਬੋਡੀ ਦੇ ਵਿੱਚ। ਤੇ ਜਿਹੜਾ ਬਲੱਡ ਪ੍ਰੈਸ਼ਰ ਹੈ ਆਪਾਂ ਨੋਰਮਲੀ ਹੁੰਦਾ 120/80 ਮਿਲੀਮੀਟਰ ਆਫ ਮਰਕਰੀ। ਇਹ ਮਰਕਰੀ ਦੇ ਨਾਲ ਮਾਪਿਆ ਜਾਂਦਾ। ਇੱਕ ਪਹਿਲਾਂ ਹੁੰਦੇ ਸੀਗੇ ਮੈਨੂਅਲ ਬਲੱਡ ਪ੍ਰੈਸ਼ਰ ਮੋਨੀਟਰਸ ਆਉਂਦੇ ਹੁੰਦੇ ਸੀ, ਸਵਿਗਨੋ ਮੈਨੋਮੀਟਰ ਕਿਹਾ ਜਾਂਦਾ ਉਹਨਾਂ ਨੂੰ। ਤੇ ਇਸ ਪਿਕਚਰ ਦੇ ਵਿੱਚ ਜਿਸ ਇੰਸਟਰੂਮੈਂਟ ਰਾਹੀਂ BP ਮੈਜ਼ਰ ਕੀਤਾ ਜਾ ਰਿਹਾ ਉਹ ਹੈਗਾ ਐਨੋਰਾਇਡ ਮੀਟਰ। ਤੇ ਇੱਕ ਹੁੰਦਾ ਡਿਜੀਟਲ ਜੋ ਕਿ ਸੈਲਸ ਦੇ ਨਾਲ ਚੱਲਦਾ ਹੈ, ਜਿਹਦੇ ਵਿੱਚ ਸਿਰਫ ਜਸਟ ਰੀਡਿੰਗ ਲਿਖੀ ਹੋਈ ਆ ਜਾਂਦੀ ਹੈ, ਕੁਝ ਪੰਪ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਤੇ ਅਗਲੀ ਗੱਲ ਆ ਜਾਂਦੀ ਹੈ ਇਹ ਕਿ ਅਗਰ ਵਾਈਟਲ ਸਾਈਨਸ ਦੇ ਵਿੱਚ ਕੁਝ ਬਦਲਾਅ ਆਉਂਦਾ ਤਾਂ ਉਹਨੂੰ ਕੀ ਕਿਹਾ ਜਾਂਦਾ। ਟੈਂਪਰੇਚਰ ਅਗਰ ਹਾਈ ਹੋ ਜਾਵੇ ਤਾਂ ਉਹਨੂੰ ਕਿਹਾ ਜਾਂਦਾ ਹਾਈਪਰਥਰਮੀਆ, ਲੋ ਹੋ ਜਾਵੇ ਹਾਈਪੋਥਰਮੀਆ। ਅਗਰ ਪਲਸ ਜ਼ਿਆਦਾ ਹੋ ਰਹੀ ਹੈ ਟੈਕੀਕਾਰਡੀਆ, ਅਗਰ ਘੱਟ ਹੋ ਰਹੀ ਹੈ ਬ੍ਰੈਡੀਕਾਰਡੀਆ। ਅਗਰ ਰੈਸਪੀਰੇਸ਼ਨ ਜ਼ਿਆਦਾ ਹੋ ਰਹੀ ਹੈ ਟੈਕੀਪੀਨੀਆ, ਲੋ ਹੋ ਰਹੀ ਹੈ ਬ੍ਰੈਡੀਪੀਨੀਆ। ਬਲੱਡ ਪ੍ਰੈਸ਼ਰ ਜ਼ਿਆਦਾ ਹੋ ਰਿਹਾ ਹਾਈਪਰਟੈਂਸ਼ਨ, ਘੱਟ ਹੋ ਰਿਹਾ ਤਾਂ ਹਾਈਪੋਟੈਂਸ਼ਨ। ਠੀਕ ਹੈ ਜੀ। ਨੈਕਸਟ ਹੁਣ 9th ਲੈਸਨ ਹੈਗਾ ਕਿ ਬੈਡਿੰਗ, ਬੈੱਡ ਬਣਾਉਣਾ। ਜਦੋਂ ਮਰੀਜ਼ ਹਸਪੀਟਲ ਦੇ ਵਿੱਚ ਆਉਂਦਾ ਹੈ ਤਾਂ ਉਹਨੂੰ ਇੱਕ ਸਾਫ਼ ਸੁਥਰਾ ਇੱਕ ਆਰਾਮਦਾਇਕ ਬੈੱਡ ਦਿੱਤਾ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਮਰੀਜ਼ ਨੂੰ ਆਰਾਮ ਦੇਣਾ। ਇਹਦਾ ਮਤਲਬ ਇਹੀ ਹੈ, ਅਗਰ ਆਪਾਂ ਬੈੱਡ ਬਣਾ ਰਹੇ ਹਾਂ, ਬੈੱਡ ਮੇਕਿੰਗ ਕਰ ਰਹੇ ਹਾਂ ਮਰੀਜ਼ ਦੇ ਲਈ, ਤਾਂ ਉਹਦਾ ਮਤਲਬ ਇਹੀ ਹੈ ਕਿ ਮਰੀਜ਼ ਆਰਾਮ ਨਾਲ ਸਾਫ਼ ਸੁਥਰੀ ਜਗ੍ਹਾ 'ਤੇ ਰਹਿ ਸਕੇ ਤੇ ਉਹਨੂੰ ਹਸਪੀਟਲ ਬਾਰੇ ਕੁਝ ਗੰਦਾ ਨਾ ਫੀਲ ਹੋਵੇ, ਉਹਨੂੰ ਲੱਗੇ ਕਿ ਹਾਂ ਮੈਂ ਕਿਸੇ ਸਾਫ਼ ਸੁਥਰੀ ਜਗ੍ਹਾ 'ਤੇ ਹਾਂ। ਜਿਹੜੀ ਬੈੱਡ ਮੇਕਿੰਗ ਜਦੋਂ ਵੀ ਆਪਾਂ ਕਰ ਰਹੇ ਹਾਂ ਤਾਂ ਇਹ ਗੱਲ ਹਮੇਸ਼ਾ ਧਿਆਨ 'ਚ ਰੱਖਣੀ ਹੈ ਕਿ ਜਿਹੜਾ ਬੈੱਡ ਹੈਗਾ ਬਿਲਕੁਲ ਆਰਾਮਦਾਇਕ ਹੋਣਾ ਚਾਹੀਦਾ। ਬੈੱਡ ਦੇ ਉੱਤੇ ਆਰਾਮਦਾਇਕ ਨੀਂਦ ਆ ਸਕੇ ਤੇ ਉੱਥੇ ਆਲੇ ਦੁਆਲੇ ਵੀ ਹਾਈਜੀਨ ਹੋਵੇ। ਇਹ ਨਹੀਂ ਹੈਗਾ ਕਿ ਸਿਰਫ ਬੈੱਡ ਨੂੰ ਆਪਾਂ ਸਾਫ਼ ਸੁਥਰਾ ਕਰਤਾ, ਆਲੇ ਦੁਆਲੇ ਗੰਦ ਪਿਆ, ਨਹੀਂ ਜੀ। ਬੈੱਡ ਦੇ ਆਲੇ ਦੁਆਲੇ ਵੀ ਜਿਹੜਾ ਇਨਵਾਇਰਮੈਂਟ ਹੈਗਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ। ਤੇ ਕੁਝ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਬੈੱਡ ਬਣਾਉਣ ਲਈ, ਜਿਵੇਂ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਮੈਟਰਸ, ਜਿਵੇਂ ਕਿ ਗੱਦਾ ਚਾਹੀਦਾ, 2 ਸ਼ੀਟਸ ਚਾਹੀਦੀਆਂ। ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਉੱਪਰ ਹੈ ਇੱਕ ਨੀਚੇ। ਉੱਪਰ ਮਤਲਬ ਦਾਲੇ ਲੈਣ ਲਈ। ਇੱਕ ਹੁੰਦਾ ਪਿੱਲੋ, ਸਰਾਣਾ ਚਾਹੀਦਾ, ਸਰਾਣੇ ਦੇ ਉੱਪਰ ਚੜਾਉਣ ਲਈ ਸਰਾਣੇ ਦਾ ਛਾੜ, ਪਿੱਲੋ ਕੇਸ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ। ਹੁਣ ਕੁਝ ਅਲੱਗ-ਅਲੱਗ ਤਰ੍ਹਾਂ ਦੇ ਬੈੱਡ ਹੁੰਦੇ ਨੇ, ਓਪਨ ਬੈੱਡ, ਕਲੋਜ਼ ਬੈੱਡ, ਐਡਮਿਸ਼ਨ ਬੈੱਡ, ਆਕੂਪਾਈਡ ਬੈੱਡ, ਕਾਰਡੀਅਕ ਬੈੱਡ। ਇਹ ਜਿਸ ਤਰ੍ਹਾਂ ਮਰੀਜ਼ ਆਪਣੇ ਕੋਲ ਮੰਨ ਲਓ ਆ ਰਿਹਾ ਤਾਂ ਉਹਨੂੰ ਓਪਨ ਬੈੱਡ ਦੇ ਵਿੱਚ ਦੇਵਾਂਗੇ ਆਪਾਂ ਜਗ੍ਹਾ। ਅਗਰ ਮਰੀਜ਼ ਡਿਸਚਾਰਜ ਹੋ ਕੇ ਚਲਾ ਗਿਆ ਉਹ ਆਊਗਾ ਕਲੋਜ਼ ਬੈੱਡ ਦੇ ਵਿੱਚ। ਅਗਰ ਮਰੀਜ਼ ਹੁਣ ਆਇਆ ਹੈ, ਉਹਦੀ ਐਡਮਿਸ਼ਨ ਹੋਈ ਹੈ, ਐਡਮਿਸ਼ਨ ਬੈੱਡ। ਆਕੂਪਾਈਡ ਬੈੱਡ ਉਹ ਹੁੰਦਾ ਜਿੱਥੇ ਮਰੀਜ਼ ਆਲਰੇਡੀ ਪਿਆ ਹੈ। ਹੁਣ ਜਿਵੇਂ ਆ ਪਿਛਲਾ ਜਿਹੜਾ ਹੈਗਾ ਇਹ ਬੈੱਡ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਕਲੋਜ਼ਡ ਬੈੱਡ ਹੈ, ਕਿਉਂਕਿ ਇੱਥੇ ਹੁਣ ਕੋਈ ਵੀ ਮਰੀਜ਼ ਹਲੇ ਨਹੀਂ ਹੈਗਾ ਤੇ ਜਿਹੜੀ ਸ਼ੀਟ ਹੈ ਵੀ ਪੂਰੀ ਟੱਕ ਕੀਤੀ ਹੋਈ ਹੈ। ਹਾਂਜੀ। ਹੁਣ ਅਗਲਾ ਹੈਗਾ ਇਹ ਕਿ ਮਰੀਜ਼ ਨੂੰ ਕਿਵੇਂ ਆਪਾਂ ਨੇ ਵੱਖਰੇ ਵੱਖਰੇ ਆਸਣ ਦੇਣੇ ਨੇ ਉਹਨੂੰ ਆਰਾਮ ਦੇਣ ਦੇ ਲਈ ਜਾਂ ਫਿਰ ਉਹਦੀ ਬਿਮਾਰੀ ਦੇ ਅਕੋਰਡਿੰਗ। ਜਿਹੜਾ ਵੀ ਆਪਾਂ ਕੋਈ ਵੀ ਆਸਣ ਦੇਵਾਂਗੇ, ਕੋਈ ਵੀ ਪੋਜੀਸ਼ਨ ਦੇਵਾਂਗੇ, ਉਹਦਾ ਮੇਨ ਮਕਸਦ ਹੋਏਗਾ ਮਰੀਜ਼ ਨੂੰ ਆਰਾਮ ਦੇਣਾ, ਮਰੀਜ਼ ਨੂੰ ਉਹਦੀ ਬਿਮਾਰੀ ਤੋਂ ਰਾਹਤ ਦੇਣਾ। ਉਹਦੇ ਜਿਹੜੇ ਪ੍ਰੋਪਰਲੀ ਸਾਰੇ ਬੋਡੀ ਦੇ ਫੰਕਸ਼ਨ ਨੇ, GI ਫੰਕਸ਼ਨ ਮਤਲਬ ਡਾਈਜੈਸਟਿਵ ਫੰਕਸ਼ਨਸ ਨੇ, ਉਹਦੇ ਰੈਸਪੀਰੇਟਰੀ ਫੰਕਸ਼ਨਸ ਨੇ, ਉਹ ਸਾਰੇ ਚੰਗੀ ਤਰ੍ਹਾਂ ਨਾਲ ਕੰਮ ਕਰ ਸਕਣ ਤੇ ਉਹਦਾ ਬਲੱਡ ਦਾ ਸਰਕੂਲੇਸ਼ਨ ਚੰਗੀ ਤਰ੍ਹਾਂ ਨਾਲ ਚੱਲਦਾ ਰਹੇ। ਜਿਵੇਂ ਕਿ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿਹੜੀਆਂ ਕਿਹੜੀਆਂ ਪੋਜੀਸ਼ਨ ਨੇ। ਇਹਨੂੰ ਕਹਿੰਦੇ ਸਪਾਈਨ, ਜਦੋਂ ਸਿੱਧਾ ਲੇਟਿਆ ਬੰਦਾ। ਰਾਈਟ ਲੇਟਰਲ, ਸੱਜੇ ਪਾਸੇ ਨੂੰ ਪਾਸਾ ਲੈਣਾ। ਲੈਫਟ ਲੇਟਰਲ,
ਖੱਬੇ ਪਾਸੇ ਨੂੰ ਪਾਸਾ ਲੈਣਾ, ਸਿਟਿੰਗ ਪੋਜੀਸ਼ਨ ਬੈਠੇ ਆ, ਸਟੈਂਡਿੰਗ ਖੜੇ ਆ, ਪ੍ਰੋਨ ਮੁੱਦੇ ਪਏ ਆ। ਤੇ ਇਵੇਂ ਹੀ ਆ ਹੈਗਾ ਫਾਲੋਅਰਸ ਪੋਜੀਸ਼ਨ, ਜੋ ਕਿ ਜਦੋਂ ਮਰੀਜ਼ ਨੂੰ ਕਿਸੇ ਨੂੰ ਵੀ ਸਾਹ ਦੀ ਪ੍ਰੋਬਲਮ ਹੋਵੇ ਤਾਂ ਇਹ ਪੋਜੀਸ਼ਨ ਦਿੱਤੀ ਜਾਂਦੀ ਆ। ਹਾਂਜੀ, ਅਗਲਾ ਹੈ ਹੁਣ 11th ਲੈਸਨ, ਜਿਸ ਦੇ ਵਿੱਚ ਆ ਜਾਂਦਾ ਹੈ ਕਿ ਆਪਾਂ ਮਰੀਜ਼ ਜਿਹੜੇ ਬਜ਼ੁਰਗ ਹੁੰਦੇ ਨੇ, ਬਜ਼ੁਰਗ ਮਰੀਜ਼ਾਂ ਦੀ ਕਿੱਦਾਂ ਆਪਾਂ ਸਹਾਇਤਾ ਕਰਨੀ ਹੈ, ਕਿੱਦਾਂ ਉਹਨਾਂ ਨੂੰ ਕੇਅਰ ਪ੍ਰੋਵਾਈਡ ਕਰਨੀ ਹੈ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਸ ਹੱਥ ਦੇ ਵਿੱਚ ਦੇਖੋ ਕੀ ਚੇਂਜਸ ਆਏ ਹੋਏ ਨੇ ਕਿ ਬਜ਼ੁਰਗ ਨੇ ਨਾ ਇਸ ਕਰਕੇ। ਤੇ ਐਵੇਂ ਹੀ ਦੇਖੋ ਬਜ਼ੁਰਗ ਮਾਤਾ ਜੀ ਨੂੰ ਫੀਡ ਕਰਨਾ, ਖਾਣਾ ਖਵਾਉਣਾ, ਇਹ ਵੀ ਉਹਨਾਂ ਦੀ ਕੇਅਰ ਦੇ ਵਿੱਚ ਆ ਜਾਂਦਾ ਹੈ। ਹੁਣ ਆਪਾਂ ਦੇਖਦੇ ਹਾਂ ਕਿ ਏਜ ਦੇ ਅਕੋਰਡਿੰਗ ਕੀ ਆਪਾਂ ਵਰਡਸ ਯੂਜ਼ ਕਰਦੇ ਹਾਂ। ਇਨਫੈਂਟ ਹੁੰਦਾ ਹੈ ਜਨਮ ਤੋਂ ਲੈ ਕੇ 1 ਸਾਲ ਦਾ ਬੱਚਾ, ਰੁੜਨ ਵਾਲਾ ਬੱਚਾ 1 ਤੋਂ 3 ਸਾਲ ਦਾ, ਟੋਡਲਰ, ਪ੍ਰੀ ਸਕੂਲ ਸਕੂਲ ਜਾਣ ਤੋਂ ਪਹਿਲਾਂ 3 ਤੋਂ 5 ਸਾਲ ਦਾ, ਸਕੂਲੀ ਬੱਚਾ 5 ਤੋਂ 12 ਸਾਲ ਵਾਲਾ, ਐਡੋਲਸੈਂਟ ਟੀਨੇਜਰ ਜਿਹਨੂੰ ਆਪਾਂ ਕਹਿ ਦਿੰਦੇ 12 ਤੋਂ 18 ਸਾਲ ਵਾਲਾ, ਯੰਗ ਅਡਲਟ 18 ਤੋਂ 45, ਮਿਡਲ ਏਜ ਅਡਲਟ ਕਿਹੜਾ ਹੁੰਦਾ 45 ਤੋਂ ਲੈ ਕੇ 65, ਤੇ ਓਲਡ ਏਜ ਆ ਜਾਂਦੇ ਆਪਾਂ ਕਾਊਂਟ ਕਰਦੇ ਹਾਂ ਓਵਰ 65 ਤੋਂ ਉੱਪਰ ਵਾਲਿਆਂ ਨੂੰ ਆਪਾਂ ਬਜ਼ੁਰਗ ਕਾਊਂਟ ਕਰਦੇ ਹਾਂ। ਤੇ ਕਹਿੰਦੇ ਜਦੋਂ ਉਮਰ ਵੱਧਦੀ ਹੈ ਤਾਂ ਉਹ 2 ਤਰ੍ਹਾਂ ਨਾਲ ਵੱਧਦੀ ਹੈ, ਬਾਇਓਲੋਜੀਕਲ ਤੇ ਸਾਈਕੋਸੋਸ਼ਲ। ਬਾਇਓਲੋਜੀਕਲ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਜਿਵੇਂ ਆਪਾਂ ਆਪਣਾ ਸਰੀਰ ਜਿਹੜਾ ਹੈਗਾ ਬੁੱਢਾ ਹੁੰਦਾ ਜਾਂਦਾ ਉਹਨੂੰ ਆਪਾਂ ਬਾਇਓਲੋਜੀਕਲ ਏਜਿੰਗ ਕਹਿ ਦਿੰਦੇ, ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਹੈ ਉਵੇਂ ਉਵੇਂ ਸਰੀਰ ਬੁੱਢਾ ਹੁੰਦਾ ਜਾਂਦਾ। ਸਾਈਕੋਸੋਸ਼ਲ ਏਜਿੰਗ ਹੁੰਦੀ ਹੈ ਕਿ ਕੁਝ ਆਪਣੇ ਦਿਮਾਗ ਦੇ ਵਿੱਚ ਏਜਿੰਗ ਹੋਣਾ। ਆਪਾਂ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਆਪਣੇ ਦਿਮਾਗ 'ਚ ਉਹ ਚੀਜ਼ਾਂ ਵੀ ਇਫੈਕਟ ਕਰਦੀਆਂ ਨੇ ਕਿ ਆਪਣੀ ਉਮਰ ਵੱਧ ਰਹੀ ਹੈ ਕਿ ਹਾਂ ਹੁਣ ਇੱਦਾਂ ਹੋਊਗਾ, ਹੁਣ ਇੱਦਾਂ ਹੋਊਗਾ, ਜਿਹਦੇ ਨਾਲ ਕੀ ਹੈ ਕਿ ਬੁਢੇਪਾ ਆਉਂਦਾ ਹੈ। ਤੇ ਕੁਝ ਚੀਜ਼ਾਂ ਇੱਦਾਂ ਦੀਆਂ ਨੇ ਜੋ ਕਿ ਮਿਥਸ ਨੇ, ਜਿਨ੍ਹਾਂ ਨੂੰ ਆਪਾਂ ਯਕੀਨ ਨਹੀਂ ਕਰ ਸਕਦੇ ਹੈਗੇ ਕਿ ਕਈ ਵਾਰੀ ਕਿਹਾ ਜਾਂਦਾ ਹੈ ਕਿ ਸਾਰੇ ਦੇ ਸਾਰੇ ਬਜ਼ੁਰਗ ਇੱਕ ਤਰ੍ਹਾਂ ਦੇ ਹੁੰਦੇ ਨੇ। ਬਿਲਕੁਲ ਇਹ ਸਹੀ ਨਹੀਂ ਹੈਗਾ। ਤੇ ਜਿਹੜੇ ਬਜ਼ੁਰਗ ਲੋਕ ਹੁੰਦੇ ਨੇ ਉਹ ਯਾਦ ਨਹੀਂ ਕਰ ਸਕਦੇ, ਪਰ ਉਹ ਕਈ ਵਾਰੀ ਹੁੰਦਾ ਹੈ ਕਿ ਯਾਦ ਕਰ ਸਕਦੇ ਨੇ। ਕਈ ਵਾਰੀ ਕਹਿੰਦੇ ਨੇ ਬਜ਼ੁਰਗ ਬਹੁਤ ਭੁਲੱਕੜ ਹੁੰਦੇ ਨੇ, ਪਰ ਮੈਂ ਇੱਦਾਂ ਦੇ ਬਜ਼ੁਰਗ ਦੇਖੇ ਨੇ ਜਿਨ੍ਹਾਂ ਨੂੰ ਸਾਰਾ ਕੁਝ ਯਾਦ ਰਹਿੰਦਾ। ਸੋ ਤੁਸੀਂ ਵੀ ਆਪਣੇ ਘਰ ਦੇ ਵਿੱਚ ਜੋ ਵੀ ਤੁਹਾਨੂੰ ਬਜ਼ੁਰਗ ਮਿਲਦਾ, ਤੁਹਾਡੇ ਦਾਦਾ ਜੀ, ਦਾਦੀ ਜੀ, ਨਾਨਾ ਜੀ, ਨਾਨੀ ਜੀ, ਉਹਨਾਂ ਨੂੰ ਜ਼ਰੂਰ ਇਹ ਚੀਜ਼ਾਂ ਦੇ ਲਈ ਤੁਸੀਂ ਨੋਟ ਕਰਨਾ, ਉਹਨਾਂ ਦੇ ਵਿੱਚ ਜ਼ਰੂਰ ਇਹ ਚੇਂਜਸ ਦੇਖਣੇ ਆ। ਹੁਣ ਅਗਲੀ ਗੱਲ ਹੈ ਕਿ ਜਦੋਂ ਉਮਰ ਵੱਧਦੀ ਹੈ ਤਾਂ ਫਿਰ ਕਿਹੜੇ ਕਿਹੜੇ ਚੇਂਜਸ ਆਉਂਦੇ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਸੀਗੀ ਨਾ ਕਿ ਜਦੋਂ ਬਜ਼ੁਰਗ ਹੁੰਦੇ ਆ ਤਾਂ ਉਹਨਾਂ ਦੇ ਦੇਖਿਆ ਸੀ ਹੱਥ, ਆਪਾਂ ਪਿਕਚਰ ਦੇ ਵਿੱਚ ਦੇਖਿਆ ਸੀ ਕਿੱਦਾਂ ਦੇ ਹੋਏ ਹੋਏ ਨੇ, ਤਾਂ ਉਹ ਚੇਂਜ ਹੀ ਹੈ ਇੱਕ। ਆਪਣੇ ਤਾਂ ਨਹੀਂ ਇੱਦਾਂ ਦੇ ਹੱਥ ਹੁੰਦੇ ਹੈਗੇ ਯੰਗ ਬੰਦਿਆਂ ਦੇ। ਤੇ ਇਸੇ ਤਰ੍ਹਾਂ ਆਪਾਂ ਇਸ ਦੇ ਵਿੱਚ ਦੇਖਦੇ ਹਾਂ ਕਿ ਕਿਹੜੇ ਕਿਹੜੇ ਚੇਂਜਸ ਆਉਂਦੇ ਨੇ ਸਕਿਨ, ਹੇਅਰ ਅਤੇ ਨੇਲਸ ਦੇ ਵਿੱਚ। ਤੁਸੀਂ ਆਪ ਸੋਚਣਾ ਹੈ, ਤੁਸੀਂ ਆਪ ਦੇਖ ਕੇ, ਜਿਹੜੇ ਤੁਹਾਡੇ ਘਰ 'ਚ ਬਜ਼ੁਰਗ ਨੇ ਉਹਨਾਂ ਨੂੰ ਦੇਖ ਕੇ ਦੱਸਣਾ, ਸੋਚਣਾ ਹੈ ਆਪਣੇ ਦਿਮਾਗ ਦੇ ਵਿੱਚ ਕਿ ਜਿਹੜੀ ਚਮੜੀ ਹੁੰਦੀ ਹੈ ਉਹਨਾਂ ਦੀ ਰਿੰਕਲਸ ਵਾਲੀ ਹੋ ਜਾਂਦੀ ਹੈ, ਠੀਕ ਹੈ ਨਾ, ਸਾਫ਼ ਨਹੀਂ ਰਹਿੰਦੀ ਹੈਗੀ, ਡਰਾਈ ਹੋ ਜਾਂਦੀ ਹੈ। ਜਿਹੜੇ ਉਹਨਾਂ ਦੇ ਵਾਲ ਨੇ ਬਿਲਕੁਲ ਝੜ ਜਾਂਦੇ ਨੇ, ਚਿੱਟੇ ਹੋ ਜਾਂਦੇ ਨੇ। ਨੇਲਸ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਹਾਰਡ ਹੋ ਜਾਂਦੇ ਨੇ। ਇਸ ਦੇ ਵਿੱਚ ਦੇਖੋ ਤੁਸੀਂ ਇਸ ਪਿਕਚਰ 'ਚ ਦੇਖ ਸਕਦੇ ਹੋ ਕਿ ਫਿਜ਼ੀਓਲੋਜੀਕਲ ਉਹਦੀ ਬੋਡੀ ਦੇ ਅੰਦਰ, ਬਜ਼ੁਰਗਾਂ ਦੀ ਬੋਡੀ ਦੇ ਅੰਦਰ ਕਾਰਡੀਓਵੈਸਕੂਲਰ ਚੇਂਜਸ ਆਉਂਦੇ ਨੇ, ਉਹਨਾਂ ਦੇ ਸਾਰੇ ਸਿਸਟਮ ਦੇ ਵਿੱਚ ਚੇਂਜਸ ਆਉਂਦੇ ਨੇ, ਠੀਕ ਹੈ ਜੀ। ਅਤੇ ਉਹ ਦਵਾਈਆਂ ਦੇ ਉੱਤੇ ਨਿਰਭਰ ਕਰਨ ਲੱਗ ਜਾਂਦੇ ਨੇ। ਉਹਨਾਂ ਦੀਆਂ ਬੋਨਸ ਨੇ ਉਹ ਬਹੁਤ ਜ਼ਿਆਦਾ ਆਸਾਨੀ ਦੇ ਨਾਲ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਫਿਰ ਦੁਖਦੀਆਂ ਨੇ, ਕਮਜ਼ੋਰ ਹੋ ਜਾਂਦੀਆਂ ਨੇ ਉਹਨਾਂ ਦੀਆਂ ਹੱਡੀਆਂ ਬੇਸਿਕਲੀ, ਠੀਕ ਹੈ ਜੀ। ਇਸੇ ਤਰ੍ਹਾਂ ਦੇਖੋ ਆਪਾਂ ਇਸ ਪਿਕਚਰਸ ਦੇਖ ਸਕਦੇ ਹਾਂ ਕਿ ਉਹਨਾਂ ਦੇ ਬੋਨਸ ਦੇ ਵਿੱਚ, ਮੈਂ ਤੁਹਾਨੂੰ ਜਿਹੜੀ ਗੱਲ ਦੱਸ ਕੇ ਹਟੀ ਹਾਂ ਕਿ ਉਹਨਾਂ ਦੇ ਜਿਹੜੇ ਬੋਨਸ ਨੇ ਨਾ ਬਹੁਤ ਵੀਕ ਹੋ ਜਾਂਦੇ ਨੇ। ਐਵੇਂ ਜਿਹੜੇ ਉਹਨਾਂ ਦੇ ਮਾਸਪੇਸ਼ੀਆਂ ਨੇ ਢਿੱਲੀਆਂ ਪੈ ਜਾਂਦੀਆਂ ਨੇ, ਜਿਹਦੇ ਕਰਕੇ ਉਹ ਥਕਾਵਟ ਮਹਿਸੂਸ ਕਰਦੇ ਆ। ਉਸ ਤਰ੍ਹਾਂ ਨੌਜਵਾਨਾਂ ਦੀ ਤਰ੍ਹਾਂ ਕੰਮ ਨਹੀਂ ਕਰ ਸਕਦੇ, ਉਹਨਾਂ 'ਚ ਉਹ ਹੋਸ਼ ਨਹੀਂ ਰਹਿੰਦਾ ਹੈਗਾ। ਇਸੇ ਤਰ੍ਹਾਂ ਹੋਰ ਫਿਜ਼ੀਓਲੋਜੀਕਲ ਚੇਂਜਸ ਕਿਹੜੇ ਆਉਂਦੇ ਨੇ, ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ, ਜਾਂ ਫਿਰ ਉਹਨਾਂ ਨੂੰ ਘੱਟ ਦਿਖਦਾ, ਘੱਟ ਸੁਣਨਾ, ਠੀਕ ਹੈ ਜੀ। ਟੇਸਟ ਅਤੇ ਸਮੈਲ 'ਚ ਉਹਨਾਂ ਦੇ ਫ਼ਰਕ ਪੈ ਜਾਂਦਾ, ਉਨੀ ਅੱਛੀ ਤਰ੍ਹਾਂ ਸਟਰੋਂਗਲੀ ਟੇਸਟ ਜਾਂ ਸਮੈਲ ਨਹੀਂ ਕਰ ਸਕਦੇ ਜਿਵੇਂ ਆਪਾਂ ਕਰਦੇ ਹਾਂ, ਠੀਕ ਹੈ। ਅਤੇ ਉਹ ਚੰਗੀ ਤਰ੍ਹਾਂ ਨਾਲ ਕਈ ਵਾਰੀ ਖੜ ਵੀ ਨਹੀਂ ਪਾਉਂਦੇ, ਕਈ ਵਾਰ ਬੈਠ ਵੀ ਨਹੀਂ ਪਾਉਂਦੇ ਹੈਗੇ। ਅਤੇ ਇਹ ਸਾਰੇ ਉਹਨਾਂ ਦੇ ਵਿੱਚ ਚੇਂਜਸ ਆਉਂਦੇ ਨੇ, ਇਹ ਸਾਰੇ ਸਿਸਟਮਸ ਦੇ ਵਿੱਚ ਚੇਂਜਸ ਨੇ। ਪਰ ਕਹਿੰਦੇ ਬਜ਼ੁਰਗਾਂ ਦੀ ਕੁਝ ਕਾਨੂੰਨੀ ਜ਼ਰੂਰਤਾਂ ਵੀ ਨੇ, ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਨੇ ਡਿਪੈਂਡ ਹੋ ਜਾਂਦੇ ਨੇ ਆਪਣੇ ਬੱਚਿਆਂ ਦੇ ਉੱਤੇ, ਤਾਂ ਉਹਨਾਂ ਦੇ ਕੁਝ ਕਾਨੂੰਨੀ ਅਧਿਕਾਰ ਵੀ ਨੇ ਕਿ ਜਿਹਦੇ ਕਰਕੇ ਉਹਨਾਂ ਨੂੰ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਨਾ ਹੋਵੇ, ਜਾਂ ਉਹਨਾਂ ਨੂੰ ਕੋਈ ਟੌਰਚਰ ਨਾ ਕਰ ਸਕੇ, ਕੋਈ ਉਹਨਾਂ ਨੂੰ ਅਬਿਊਜ਼ ਨਾ ਕਰ ਸਕੇ, ਮਤਲਬ ਕੋਈ ਵੀ ਉਹਨਾਂ ਦੇ ਨਾਲ ਮਿਸਬਿਹੇਵ ਨਾ ਕਰ ਸਕੇ। ਤਾਂ ਉਹਨਾਂ ਦੇ ਕੁਝ ਕਾਨੂੰਨੀ ਨਿਯਮ, ਕਾਨੂੰਨੀ ਅਧਿਕਾਰ ਨੇ, ਜਿਸ ਦੇ ਲਈ ਅਗਰ ਉਹਨਾਂ ਨੂੰ ਕੋਈ ਵੀ ਹਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪ੍ਰੋਟੈਸਟ ਕਰ ਸਕਦੇ ਆ। ਹੁਣ ਅਗਲੀ ਗੱਲ ਹੈ ਜੀ, ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦੀਆਂ ਕਿਹੜੀਆਂ ਬੇਸਿਕ ਨੀਡਸ ਨੇ, ਮੁੱਢਲੀਆਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਉਹ ਕਿਹੜੀਆਂ ਕਿਹੜੀਆਂ ਨੇ। ਇਸ ਦੇ ਵਿੱਚ ਦੇਖੋ ਤੁਸੀਂ, ਆਪਾਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ ਕਿ ਇਹਨਾਂ ਨੇ ਬਹੁਤ ਅੱਛੀ ਤਰ੍ਹਾਂ ਨਾਲ ਇਸ ਪਿਕਚਰ 'ਚ ਡਿਫਾਈਨ ਕੀਤਾ ਹੋਇਆ। ਸਭ ਤੋਂ ਪਹਿਲਾਂ ਤਾਂ ਹੈਗਾ ਉਹਨਾਂ ਦਾ ਖਾਣਾ ਪੀਣਾ, ਅਤੇ ਖਾਣਾ ਪੀਣਾ ਹੈ ਸਭ ਤੋਂ ਪਹਿਲੀ ਇਹਨਾਂ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਹੈਗਾ ਉਹਨਾਂ ਨੂੰ ਵਧੀਆ ਤਰੀਕੇ ਦੀ ਰਹਿਣ ਦੀ ਜਗ੍ਹਾ ਮਿਲ ਸਕੇ, ਸੁਰੱਖਿਅਤ ਅਤੇ ਸਾਫ਼। ਫਿਰ ਉਹਨਾਂ ਨੂੰ ਹੈਲਥ ਕੇਅਰ ਪ੍ਰੋਪਰਲੀ ਮਿਲ ਸਕੇ, ਕਿਉਂਕਿ ਬਜ਼ੁਰਗਾਂ ਦੇ ਵਿੱਚ ਚੇਂਜਸ ਆਉਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਦਵਾਈਆਂ ਦੀ, ਇਲਾਜ ਦੀ ਲੋੜ ਪੈਂਦੀ, ਤਾਂ ਉਹਨਾਂ ਨੂੰ ਉਹ ਵੀ ਸਰਵਿਸਿਜ਼ ਮਿਲ ਸਕਣ। ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਮਿਲ ਸਕੇ ਆਪਣੀਆਂ ਡੇਲੀ ਨੀਡਸ ਪੂਰੀਆਂ ਕਰਨ ਲਈ, ਕੱਪੜੇ ਪਾਉਣ ਲਈ, ਸਰਦੀਆਂ ਦੇ ਕੱਪੜੇ, ਖਾਣ ਪੀਣ ਦੇ ਲਈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ।
ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਇੱਦਾਂ ਦਾ ਕੰਪੈਨੀਅਨ ਕਹਿ ਲਓ ਜਾਂ ਫਿਰ ਉਹਨਾਂ ਤੋਂ ਕੋਈ ਅਸਿਸਟੈਂਟ ਇੱਦਾਂ ਦਾ ਚਾਹੀਦਾ ਜਿਹੜਾ ਕਿ ਉਹਨਾਂ ਨੂੰ ਅਸਿਸਟ ਕਰ ਸਕੇ। ਤੇ ਉਹਨਾਂ ਦੀਆਂ ਕੋਈ ਰੀਕ੍ਰੀਏਸ਼ਨਲ ਨੀਡਸ ਵੀ ਹੁੰਦੀਆਂ, ਜਿਵੇਂ ਕਿ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਦੋ ਬਜ਼ੁਰਗ ਚੈਸ ਖੇਡ ਰਹੇ ਹੈ। ਤਾਂ ਉਹਨਾਂ ਨੂੰ ਦੇਖੋ ਰਿਟਾਇਰ ਹੋ ਜਾਂਦੇ ਨੇ, ਉਹ ਕੋਈ ਕੰਮ ਨਹੀਂ ਕਰਦੇ ਹੈਗੇ ਹੁਣ, ਬਟ ਉਹਨਾਂ ਦੀਆਂ ਫਿਰ ਰੀਕ੍ਰੀਏਸ਼ਨਲ ਨੀਡਸ ਵੀ ਹੁੰਦੀਆਂ ਨੇ। ਉਹਨਾਂ ਨੂੰ ਸੋਚਣ ਦੇ ਲਈ ਵੀ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ, ਉਹਨਾਂ ਨੂੰ ਕੁਛ ਪੜ੍ਹਨ ਦੇ ਲਈ। ਜ਼ਿਆਦਾਤਰ ਤੁਸੀਂ ਦੇਖਿਆ ਹੋਊਗਾ ਕਿ ਬਜ਼ੁਰਗ ਜਿਹੜੇ ਹੁੰਦੇ ਨੇ ਨਿਊਜ਼ਪੇਪਰ ਵਗੈਰਾ ਮੈਗਜ਼ੀਨਸ ਵਗੈਰਾ ਚੱਕ ਕੇ ਬੈਠੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਉਹ ਚੀਜ਼ ਵਧੀਆ ਲੱਗਦੀ ਹੈ। ਹੋਰ ਇਹਨਾਂ ਦੇ ਵਿੱਚ ਹੁੰਦੀਆਂ ਨੇ ਕਿ ਸੇਫਟੀ ਅਤੇ ਸਿਕਿਉਰਿਟੀ ਦੀਆਂ ਨੀਡਸ, ਉਹਨਾਂ ਦੀ ਸੁਰੱਖਿਆ ਦੇ ਲਈ, ਠੀਕ ਹੈ। ਅਤੇ ਉਹਨਾਂ ਨੂੰ ਖਾਣ ਪੀਣ ਦੀਆਂ ਨੀਡਸ ਜੋ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਤਾਂ ਇਹ ਸਾਰੀਆਂ ਨੀਡਸ ਨੇ ਜੋ ਆਪਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਅਗਲੀ ਗੱਲ ਹੈ ਸੈਸ਼ਨ 14 ਦੇ ਵਿੱਚ ਆ ਜਾਂਦਾ ਹੈ ਕਿ ਆਪਾਂ ਫਿਰ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਦੇ ਨਾਲ ਆਪਾਂ ਨੇ ਉਹਨਾਂ ਨੂੰ ਕਿਵੇਂ ਸਹਾਇਤਾ ਕਰਨੀ ਹੈ। ਕਹਿੰਦੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਦੇਖੋ, ਜਿਵੇਂ ਆਪਾਂ ਸਕਿਨ ਵਗੈਰਾ ਲਈ ਪੜ੍ਹ ਕੇ ਹਟੇ ਸੀਗੇ, ਸਕਿਨ ਐਂਡ ਨੇਲਸ ਲਈ, ਕਹਿੰਦੇ ਉਹਨਾਂ ਦੀ ਜਿਹੜੀ ਸਕਿਨ ਹੈਗੀ ਇੱਦਾਂ ਹੋ ਜਾਂਦੀ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਆਪਾਂ ਫਿਰ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ। ਕਹਿੰਦੇ ਆਪਾਂ ਉਹਨਾਂ ਨੂੰ ਉਹਨਾਂ ਦੀ ਸਕਿਨ ਦੇ ਲਈ ਆਪਾਂ ਨੇ ਅਗਲੀ ਗੱਲ ਆ ਜਾਂਦੀ ਹੈ, ਦੇਖੋ ਜੀ ਆਪਾਂ ਦੇਖ ਸਕਦੇ ਹਾਂ ਕਿ ਕਿਹੜੀਆਂ ਕੰਡੀਸ਼ਨਸ ਨੇ ਨੋਰਮਲੀ ਜਿਹੜੀਆਂ ਆਉਂਦੀਆਂ ਨੇ ਇੱਕ ਬਜ਼ੁਰਗ ਦੇ ਲਈ, ਠੀਕ ਹੈ। ਜਿਵੇਂ ਕਿ ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਹਾਰਟ ਡਿਜ਼ੀਜ਼ ਹੋਣ ਦੀ ਹੋਣ ਦੀ ਸੰਭਾਵਨਾ ਹੁੰਦੀ ਹੈ, ਉਹਨਾਂ ਦੀ ਯਾਦਦਾਸ਼ਤ ਅਸਰ ਹੁੰਦਾ ਹੈ, ਸਟੋਨਸ ਵਗੈਰਾ ਹੋਣ ਲੱਗ ਜਾਂਦੇ ਨੇ, ਮੋਟਾਪਾ ਹੋ ਜਾਂਦਾ ਕਈ ਵਾਰੀ ਬਜ਼ੁਰਗ ਪਤਲੇ ਹੋ ਜਾਂਦੇ, ਕਈ ਵਾਰੀ ਮੋਟੇ ਹੋ ਜਾਂਦੇ, ਇਮੋਸ਼ਨਲ ਨੀਡਸ ਹੁੰਦੀਆਂ ਨੇ। ਇਹ ਸਾਰੀਆਂ ਜਿਹੜੀਆਂ ਹੈਲਥ ਪ੍ਰੋਬਲਮਸ ਨੇ ਉਹ ਆ ਜਾਂਦੀਆਂ ਨੇ। ਤਾਂ ਕਹਿੰਦੇ ਆਪਾਂ ਸਕਿਨ ਦੇ ਲਈ ਆਪਾਂ ਕੀ ਕਰਨਾ, ਸਕਿਨ ਲੋਸ਼ਨਸ ਕਹਿੰਦੇ ਉਹਨਾਂ ਨੂੰ ਦੇਣੇ ਨੇ, ਕੋਈ ਇੱਦਾਂ ਦੇ ਸੋਪਸ ਦੇਣੇ ਨੇ ਜਿਹੜੇ ਜ਼ਿਆਦਾ ਹਾਰਡ ਨਾ ਹੋਣ, ਜਿਹੜੇ ਉਹਨਾਂ ਦੀ ਸਕਿਨ ਨੂੰ ਡਰਾਈ ਨਾ ਬਣਾਉਣ, ਠੀਕ ਹੈ ਜੀ। ਅਤੇ ਉਹਨਾਂ ਨੂੰ ਗੁੱਡ ਸਕਿਨ ਕੇਅਰ ਪ੍ਰੋਵਾਈਡ ਕਰਨੀ ਹੈ, ਜਿਹਦੇ ਨਾਲ ਉਹਨਾਂ ਦੀ ਸਕਿਨ ਜਿਹੜੀ ਹੈਗੀ ਸਹੀ ਹੋਵੇ, ਉਹਨਾਂ ਦੀ ਸਕਿਨ ਜਿਹੜੀ ਸਾਫ਼ ਸੁਥਰੀ ਹੋਵੇ ਅਤੇ ਡਰਾਈ ਰਹੇ, ਤਾਂ ਕਿ ਉਹਨਾਂ ਦੇ ਕੋਈ ਛਾਲੇ ਵਗੈਰਾ ਨਾ ਹੋ ਸਕਣ ਜ਼ਿਆਦਾ ਗਿੱਲੀ ਹੋਣ ਦੇ ਕਰਕੇ। ਅਤੇ ਜਿਹੜੇ ਪੇਸ਼ੈਂਟਸ ਨੇ, ਜੋ ਮਰੀਜ਼ ਨੇ, ਉਹਨਾਂ ਨੂੰ ਤੁਸੀਂ ਐਨਕਰੇਜ ਕਰਨਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਤੁਰ ਫਿਰ ਸਕਣ। ਅਤੇ ਉਹਨਾਂ ਦੀ ਬੋਨਸ ਦੇ ਲਈ ਧਿਆਨ ਰੱਖਣ ਦੇ ਲਈ ਆਪਾਂ ਪੰਜ ਚੀਜ਼ਾਂ ਦਾ ਧਿਆਨ ਰੱਖਣਾ, ਜੋ ਕਿ ਹੈ ਓਸਟੀਓਪੋਰੋਸਿਸ, ਓਸਟੀਓਆਰਥਰਾਈਟਸ, ਰੂਮੇਟਾਇਡ ਆਰਥਰਾਈਟਸ, ਗਾਊਟ, ਬਰੂਸਾਈਟਸ। ਇਹ ਇਹੋ ਜਿਹੀਆਂ ਪ੍ਰੋਬਲਮਸ ਨੇ ਬੋਨਸ ਦੀਆਂ ਜੋ ਕਿ ਨੋਰਮਲੀ ਹੁੰਦੀਆਂ ਹੀ ਹੁੰਦੀਆਂ ਨੇ, ਜਿਹਨੂੰ ਜਿਵੇਂ ਆਪਾਂ ਸੁਣਿਆ ਨਾ ਗਠੀਆ ਹੋ ਜਾਣਾ, ਜੋੜ ਦੁਖਦੇ ਹੈ ਜੀ, ਮੇਰਾ ਗੋਡਾ ਦੁਖਦਾ, ਬਜ਼ੁਰਗਾਂ ਤੋਂ ਅਸੀਂ ਆਮ ਸੁਣਦੇ ਹਾਂ। ਤਾਂ ਉਹਨਾਂ ਦੀ ਇਹਨਾਂ ਚੀਜ਼ ਦੇ ਲਈ ਤੁਸੀਂ ਧਿਆਨ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮਾਸਪੇਸ਼ੀ ਉਹਨਾਂ ਦਾ ਵੀ ਧਿਆਨ ਰੱਖਣਾ ਹੈ ਤੁਸੀਂ। ਜਿਹੜੀ ਉਹਨਾਂ ਦੀ ਸਾਹ ਕਿਰਿਆ ਹੈ, ਅਗਰ ਉਹਨਾਂ ਨੂੰ ਕੋਈ ਸਾਹ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਨਾਲ ਲੁੱਕ ਆਫਟਰ ਕਰਨਾ, ਅਗਰ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਅਤੇ ਉਹਨਾਂ ਨੂੰ ਇਨਫੈਕਸ਼ਨ ਤੋਂ ਵੀ ਬਚਾ ਕੇ ਰੱਖਣਾ, ਜਿਵੇਂ ਬੱਚੇ ਹੁੰਦੇ ਨੇ ਉਵੇਂ ਬਜ਼ੁਰਗ ਹੁੰਦੇ ਨੇ, ਉਹਨਾਂ ਨੂੰ ਇਨਫੈਕਸ਼ਨ ਛੇਤੀ ਕੈਚ ਕਰਦਾ, ਕਿਉਂਕਿ ਉਹਨਾਂ ਦੀ ਬੋਡੀ ਦੇ ਵਿੱਚ ਇੰਨੀ ਇਮਿਊਨਿਟੀ ਨਹੀਂ ਹੁੰਦੀ, ਇੰਨੀ ਪਾਵਰ ਨਹੀਂ ਹੁੰਦੀ ਕਿ ਉਹ ਲੜ ਸਕਣ ਬਿਮਾਰੀਆਂ ਦੇ ਨਾਲ। ਅਤੇ ਇਸੇ ਤਰ੍ਹਾਂ ਹਾਰਟ ਪ੍ਰੋਬਲਮਸ ਨੂੰ ਨਜਿੱਠਣ ਦੇ ਲਈ ਉਹਨਾਂ ਦਾ ਜਿਹੜਾ ਵੇਟ ਹੈਗਾ ਉਹ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਨੂੰ ਜ਼ਿਆਦਾ ਤੇਲ ਵਾਲਾ, ਜ਼ਿਆਦਾ ਤਲਿਆ ਹੋਈਆਂ ਚੀਜ਼ਾਂ ਨਹੀਂ ਦੇਣੀਆਂ ਹੈਗੀਆਂ, ਉਹਨਾਂ ਨੂੰ ਪ੍ਰੋਪਰ ਰੈਸਟ ਦੇਣੀ ਹੈ। ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਡਾਈਜੈਸਟਿਵ ਪ੍ਰੋਬਲਮਸ ਲਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀ ਹਾਂ, ਜਿਵੇਂ ਹਾਰਟ ਲਈ ਤੇਲ ਵਗੈਰਾ ਖਾਣਾ ਅਲਾਊਡ ਨਹੀਂ ਹੈਗਾ, ਨਹੀਂ ਖਾਣਾ ਚਾਹੀਦਾ। ਇਸੇ ਤਰ੍ਹਾਂ ਡਾਈਜੈਸਟਿਵ ਪ੍ਰੋਬਲਮਸ ਨੂੰ ਖ਼ਤਮ ਕਰਨ ਦੇ ਲਈ ਵੀ ਇਹ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਭੋਜਨ ਹੈਗਾ ਆਪਾਂ ਐਲਡਰਲੀ ਪੀਪਲ ਨੂੰ ਦੇ ਰਹੇ ਹਾਂ ਉਹ ਬਿਲਕੁਲ ਨਿਊਟਰੀਸ਼ੀਅਸ ਹੋਵੇ, ਠੀਕ ਹੈ, ਬੈਲੈਂਸਡ ਹੋਵੇ। ਉਹਨਾਂ ਦੀਆਂ ਅੱਖਾਂ ਦਾ ਧਿਆਨ ਰੱਖਣ ਦੇ ਲਈ ਆਪਾਂ ਨੇ ਦੇਖਣਾ ਹੈ ਕਿ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਦੇਖਣ ਦੇ ਵਿੱਚ, ਉਹਨਾਂ ਦੀ ਨਿਗਾਹ ਘੱਟ ਵੱਧ ਰਹੀ ਹੈ, ਤਾਂ ਉਹਨਾਂ ਨੂੰ ਪ੍ਰੋਪਰਲੀ ਉਵੇਂ ਦੀਆਂ ਸਪੈਕਸ ਦੇਣੀਆਂ ਨੇ ਆਪਾਂ ਨੇ, ਠੀਕ ਹੈ। ਅਗਰ ਉਹਨਾਂ ਨੂੰ ਕੋਈ ਵੀ ਕੈਟਰੈਕਟ, ਗਲੂਕੋਮਾ ਵਗੈਰਾ ਹੋ ਰਿਹਾ ਤਾਂ ਪ੍ਰੋਪਰਲੀ ਉਹਨਾਂ ਦੇ ਆਪਰੇਸ਼ਨ ਕਰਵਾਉਣੇ ਨੇ। ਕੰਨ ਦੇ ਲਈ ਅਗਰ ਉਹਨਾਂ ਨੂੰ ਉੱਚਾ ਸੁਣ ਰਿਹਾ ਹੈ ਤਾਂ ਫਿਰ ਉਹਨਾਂ ਨੂੰ ਕੰਨ ਦੀ ਮਸ਼ੀਨ ਲਗਵਾ ਦੇਣੀ ਚਾਹੀਦੀ ਹੈ। ਹੁਣ ਨੈਕਸਟ ਹੈਗੀ ਆ ਅਗਲਾ ਕਿ ਜਿਹੜੇ ਬੱਚੇ ਹੁੰਦੇ ਨੇ, ਇਨਫੈਂਟਸ ਅਤੇ ਚਿਲਡਰਨ, ਬੱਚੇ ਜਾਂ ਛੋਟੇ ਬੱਚੇ, ਬਿਲਕੁਲ ਜੰਮਦੇ ਬੱਚੇ, ਉਹਨਾਂ ਦਾ ਆਪਾਂ ਕਿਵੇਂ ਧਿਆਨ ਰੱਖ ਸਕਦੇ ਹਾਂ। ਇਹ ਉਹੀ ਏਜ ਗਰੁੱਪ ਹੈ ਜੋ ਆਪਾਂ ਪਹਿਲਾਂ ਪੜ੍ਹ ਕੇ ਹਟੇ ਸੀਗੇ। ਕਹਿੰਦੇ ਉਹਦੇ ਲਈ ਕੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਗਰੋਥ ਐਂਡ ਡਿਵੈਲਪਮੈਂਟ ਵਿੱਚ ਹੁੰਦੇ ਨੇ, ਮਤਲਬ ਉਹਨਾਂ ਦੀ ਗਰੋਥ ਹੋ ਰਹੀ ਹੁੰਦੀ ਹੈ, ਇਸ ਕਰਕੇ ਉਹਨਾਂ ਨੂੰ ਬਹੁਤ ਸਹਾਇਤਾ ਦੀ ਲੋੜ ਹੈ, ਉਹਨਾਂ ਨੂੰ ਬਹੁਤ ਕੇਅਰ ਦੀ ਲੋੜ ਪੈਂਦੀ ਹੈ। ਜਿਹੜੇ ਇਨਫੈਂਟਸ ਨੇ, ਜਿਹੜੇ ਬਿਲਕੁਲ ਛੋਟੇ ਜਨਮੇ ਬੱਚੇ ਨੇ 1 ਸਾਲ ਤੱਕ ਦੇ, ਉਹ ਸਿੱਖਦੇ ਨੇ ਕਿ ਉਹਨਾਂ ਨੇ ਕਿਵੇਂ ਇੱਕ ਦੂਜੇ ਨੂੰ ਟਰਸਟ ਕਰਨਾ, ਠੀਕ ਹੈ। ਇਸੇ ਤਰ੍ਹਾਂ ਟੋਡਲਰਸ ਹੁੰਦੇ ਨੇ, ਜਿਹੜੇ ਰੁੜਨ ਵਾਲੇ ਬੱਚੇ ਹੁੰਦੇ ਨੇ, ਉਹ ਦੇਖਦੇ ਨੇ ਇੱਕ ਦੂਜੇ ਬੱਚਿਆਂ ਨੂੰ ਦੇਖ ਕੇ ਉਹਨਾਂ ਤੋਂ ਕਿ ਕਿਵੇਂ ਖੇਡਣਾ ਹੈ। ਪ੍ਰੀ ਸਕੂਲ ਜਿਹੜੇ ਬੱਚੇ ਹੁੰਦੇ ਨੇ ਉਹ ਸ਼ੁਰੂ ਕਰਦੇ ਨੇ ਆਪਣਾ ਕੁਛ ਕਰਨਾ, ਆਪਣਾ ਕੋਈ ਪੇਂਟਿੰਗ ਕਰਨੀ, ਕੁਛ ਲਿਖਣਾ, ਕੁਛ ਪੜ੍ਹਨਾ। ਇਸੇ ਤਰ੍ਹਾਂ ਜਿਹੜੇ ਸਕੂਲ ਦੇ ਬੱਚੇ ਹੁੰਦੇ ਨੇ ਉਹ ਕੌਨਫੀਡੈਂਟ ਹੋਣਾ ਸਿੱਖਦੇ ਨੇ। ਜਿਹੜੇ ਟੀਨੇਜਰਸ ਹੁੰਦੇ ਨੇ ਉਹ ਇੱਕ ਗਰੁੱਪ ਦਾ ਪਾਰਟ ਬਣਨਾ, ਪੀਅਰ ਦੇ ਵਿੱਚ ਰਹਿਣਾ ਅਤੇ ਇੱਕ ਟੀਮ ਦੇ ਵਿੱਚ ਕੰਮ ਕਰਨਾ, ਖੇਡਣਾ, ਇਹ ਸਾਰੀਆਂ ਚੀਜ਼ਾਂ ਸਿੱਖਦੇ ਨੇ। ਤਾਂ ਇਹਨਾਂ ਦੀਆਂ ਵਿੱਚ ਨੀਡਸ ਕੀ ਹੈ ਕਿ ਇੱਕ ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਸੇਫ ਰੱਖੋ, ਉਹਨਾਂ ਨੂੰ ਸੁਰੱਖਿਅਤ ਰੱਖੋ, ਕਿਉਂਕਿ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਦੁਨੀਆ ਕਿੱਦਾਂ ਦੀ ਹੈ ਜਾਂ ਉਹਨਾਂ ਨੇ ਕੀ ਕਰਨਾ ਲਾਈਫ ਦੇ ਵਿੱਚ। ਇਸ ਕਰਕੇ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹਨਾਂ ਨੂੰ ਸੁਰੱਖਿਅਤ ਰੱਖੋ। ਅਤੇ ਜਿਹੜੇ ਬੱਚੇ ਹੈ ਉਹਨਾਂ ਦਾ ਖਾਣ ਪੀਣ ਦਾ ਧਿਆਨ ਰੱਖੋ ਤਾਂ ਕਿ ਉਹਨਾਂ ਦੀ ਜਿਹੜੀ ਗਰੋਥ ਹੈਗੀ ਉਹ ਅੱਛੀ ਤਰ੍ਹਾਂ ਨਾਲ ਹੋ ਸਕੇ।
ਇਹ ਕੁਝ ਵਾਈਟਲ ਸਾਈਨਸ ਦਾ ਚਾਰਟ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਨਫੈਂਟਸ ਦੇ ਵਿੱਚ, ਚਾਈਲਡ ਦੇ ਵਿੱਚ, ਕਿ ਜਿਹੜੇ ਟੀਨੇਜਰਸ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਵਾਈਟਲ ਸਾਈਨ ਦੇ ਚੇਂਜਸ ਹੁੰਦੇ ਨੇ। ਜਿਹੜੇ ਟੀਨੇਜਰਸ ਹੁੰਦੇ ਨੇ 12 ਤੋਂ 18 ਸਾਲ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੀਆਂ ਮੇਨ ਜਿਹੜੀਆਂ ਜਨਰਲੀ ਉਹਨਾਂ ਨੂੰ ਪ੍ਰੋਬਲਮ ਆ ਜਾਂਦੀਆਂ ਨੇ ਕਿ ਉਹਨਾਂ ਦੇ ਦਰਦ ਹੋਣਾ ਹੈ, ਪਿੰਪਲਸ ਹੋਣੇ, ਖੂਨ ਦੀ ਕਮੀ ਹੋਣਾ, ਘਬਰਾਹਟ ਹੋਣਾ, ਪੇਟ ਦੇ ਵਿੱਚ ਪੇਨ ਹੋਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਾਮਨਲੀ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਉਹਨਾਂ ਦੇ ਵਿੱਚ ਧਿਆਨ ਰੱਖਣਾ। ਨੈਕਸਟ ਆ ਜਾਂਦਾ ਹੈ ਕਿ ਡਿਜ਼ਾਸਟਰ ਮੈਨੇਜਮੈਂਟ ਅਤੇ ਐਮਰਜੈਂਸੀ ਰਿਸਪੌਂਸ। ਡਿਜ਼ਾਸਟਰ ਦਾ ਮਤਲਬ ਕੀ ਹੁੰਦਾ? ਹੁਣ ਡਿਜ਼ਾਸਟਰ ਹੁੰਦਾ ਹੈ ਤੂਫਾਨ, ਭੂਚਾਲ। ਡਿਜ਼ਾਸਟਰ ਦਾ ਮਤਲਬ ਹੁੰਦਾ ਤਬਾਹੀ, ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਤਾਂ ਡਿਜ਼ਾਸਟਰ ਮੈਨੇਜਮੈਂਟ ਦਾ ਮਤਲਬ ਕੀ ਹੈ ਕਿ ਉਸ ਤਬਾਹੀ ਨੂੰ ਮੈਨੇਜ ਕਰਨਾ, ਸੰਭਾਲਣਾ ਉਸ ਸਥਿਤੀ ਨੂੰ, ਅਤੇ ਫਿਰ ਐਮਰਜੈਂਸੀ ਲਾਗੂ ਕਰਨਾ। ਐਮਰਜੈਂਸੀ ਲਾਗੂ ਕਰਨ ਤੋਂ ਬਾਅਦ ਉਸ ਸਿਚੁਏਸ਼ਨ ਦੇ ਵਿੱਚ ਐਕਟ ਕਰਨਾ ਕਿ ਤੁਸੀਂ ਕਿੱਦਾਂ ਉਸ ਤੂਫਾਨ ਨਾਲ ਹੁਣ ਨਜਿੱਠੋਗੇ, ਕਿਵੇਂ ਤੁਸੀਂ ਉਸ ਤੂਫਾਨ ਨੂੰ ਦੂਰ ਕਰੋਗੇ। ਕਹਿੰਦੇ ਡਿਜ਼ਾਸਟਰ ਮੈਨੇਜਮੈਂਟ ਦੇ ਗੋਲ ਕੀ ਨੇ, ਮਕਸਦ ਕੀ ਹੈ? ਜੋ ਵੀ ਤਬਾਹੀ ਹੋ ਰਹੀ ਹੈ ਉਹਨੂੰ ਘਟਾਉਣਾ, ਅਤੇ ਜਿੰਨੀ ਜਲਦੀ ਹੋ ਸਕੇ ਐਕਸ਼ਨ ਲੈਣਾ, ਅਤੇ ਜਿੰਨੀ ਜਲਦੀ ਹੋ ਸਕੇ ਰਿਕਵਰੀ ਹੋ ਸਕੇ। ਠੀਕ ਹੈ ਜੀ। ਅਤੇ ਆਪਾਂ ਦੇਖ ਸਕਦੇ ਹਾਂ ਡਿਜ਼ਾਸਟਰ ਮੈਨੇਜਮੈਂਟ ਸਾਈਕਲ ਦੇ ਵਿੱਚ ਦੇਖੋ 4 ਪੜਾਅ ਹੁੰਦੇ ਨੇ। ਮਿਟੀਗੇਸ਼ਨ, ਪ੍ਰੀਪੇਅਰਡਨੈਸ, ਰਿਸਪੌਂਸ, ਰਿਕਵਰੀ। ਮਿਟੀਗੇਸ਼ਨ ਦਾ ਮਤਲਬ ਹੁੰਦਾ ਹੈ ਰਿਸਕ ਨੂੰ ਪਹਿਲਾਂ ਹੀ ਸੰਭਾਲਣਾ, ਰਿਸਕ ਨੂੰ ਪਹਿਲਾਂ ਹੀ ਪਹਿਚਾਨਣਾ, ਅਤੇ ਜੋ ਅਗਰ ਡਿਜ਼ਾਸਟਰ ਕੋਈ ਹੋ ਸਕਦਾ ਉਹਨੂੰ ਹੋਣ ਤੋਂ ਰੋਕਣਾ। ਫਿਰ ਪ੍ਰੀਪੇਅਰਡਨੈਸ ਕਰਨੀ, ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਅਗਰ ਕੁਛ ਇੱਦਾਂ ਦਾ ਹੋ ਰਿਹਾ ਹੈ, ਅਗਰ ਕੁਛ ਵੀ ਇੱਦਾਂ ਦਾ ਹੋ ਸਕਦਾ ਤਾਂ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ, ਜਿਸ ਦੇ ਵਿੱਚ ਡਰਿਲਸ ਵਗੈਰਾ ਆ ਜਾਂਦੀਆਂ ਨੇ। ਫਿਰ ਆ ਜਾਂਦੀ ਹੈ ਅਗਲੀ ਗੱਲ ਰਿਸਪੌਂਸ। ਫਿਰ ਆਪਾਂ ਨੇ ਰਿਸਪੌਂਸ ਕਰਨਾ ਜਦੋਂ ਹੁਣ ਡਿਜ਼ਾਸਟਰ ਹੋ ਗਿਆ, ਤਬਾਹੀ ਹੋ ਗਈ, ਸੋਕਾ ਪੈ ਗਿਆ, ਅਰਥਕੁਏਕ ਆ ਗਿਆ, ਫਿਰ ਹੁਣ ਤੁਸੀਂ ਕਿਵੇਂ ਐਕਟ ਕਰੋਗੇ, ਕਿਵੇਂ ਇਹਨੂੰ ਸੰਭਾਲੋਗੇ। ਫਿਰ ਸੰਭਾਲਣ ਤੋਂ ਬਾਅਦ ਫਿਰ ਹੌਲੀ ਹੌਲੀ ਰਿਕਵਰੀ ਕਰਨਾ। ਰਿਕਵਰੀ ਦਾ ਮਤਲਬ ਕੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਆਪਣੇ ਘਰ ਜਿਹੜੇ ਹੈਗੇ ਨੇ ਖਤਮ ਹੋ ਜਾਂਦੇ ਨੇ। ਠੀਕ ਹੈ, ਉਹਨਾਂ ਨੂੰ ਬਹੁਤ ਸਾਰੀਆਂ ਐਵੇਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਦਾ ਜਿਹੜਾ ਰਹਿਣ ਦਾ ਕੋਈ ਹੀਲਾ ਨਹੀਂ ਰਹਿੰਦਾ, ਤਾਂ ਉਸ ਸਮੇਂ ਤੁਸੀਂ ਰਿਕਵਰੀ ਪ੍ਰੋਵਾਈਡ ਕਰਨੀ ਉਹਨਾਂ ਨੂੰ। ਇਹ ਸਾਰੇ ਫੇਸਿਸ ਦੱਸੇ ਹੋਏ ਨੇ ਕਿ ਕਿਹੜੇ ਕਿਹੜੇ ਫੇਸਿਸ ਹੁੰਦੇ ਨੇ। ਅਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਵੀ ਬਣਿਆ ਹੋਇਆ 2005। ਇਸ ਐਕਟ ਦੇ ਥਰੂ ਇਹੀ ਚੀਜ਼ਾਂ ਕਹੀਆਂ ਗਈਆਂ ਨੇ ਕਿ ਆਪਾਂ ਨੇ ਪ੍ਰੀਵੈਂਸ਼ਨ ਕਰਨੀ, ਆਪਾਂ ਰੋਕਥਾਮ ਕਰਨੀ ਹੈ ਇਹਨਾਂ ਸਾਰੇ ਖਤਰਿਆਂ ਨੂੰ, ਤਾਂ ਕਿ ਇਹ ਖਤਰੇ ਕਦੇ ਆਉਣ ਹੀ ਨਾ। ਅਤੇ ਜੇ ਆਪਣੇ ਕੋਲ ਇਹ ਖਤਰੇ ਆ ਵੀ ਰਹੇ ਆ ਤਾਂ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ। ਹਰ ਇੱਕ ਹੌਸਪੀਟਲ ਦੇ ਵਿੱਚ ਇਹਦੀ ਤਿਆਰੀ ਹੋਣੀ ਚਾਹੀਦੀ ਹੈ। ਇਹ ਦੇਖੋ ਹੁਣ ਟਾਈਪਸ ਆਫ ਡਿਜ਼ਾਸਟਰ ਨੇ, ਨੈਚੁਰਲ ਹੁੰਦੇ ਨੇ, ਮੈਨ ਮੇਡ ਹੁੰਦੇ ਨੇ। ਨੈਚੁਰਲ ਜੋ ਕੁਦਰਤ ਵੱਲੋਂ ਆਉਂਦੇ ਨੇ, ਤੂਫਾਨ ਹੋ ਗਿਆ, ਠੀਕ ਹੈ ਜੀ। ਪਰ ਮੈਨ ਮੇਡ ਹੁੰਦੇ ਨੇ ਜਿਵੇਂ ਟੈਕਨੋਲੋਜੀ ਵਾਲੇ ਹੁੰਦੇ ਨੇ, ਜਿਵੇਂ ਕਿ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਹੈਗੇ ਨੇ ਨੈਚੁਰਲ ਨੇ। ਕੋਈ ਭੂਚਾਲ ਆਉਣਾ, ਤੂਫਾਨ ਆਉਣਾ, ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋਣੀ, ਸੁਨਾਮੀ ਆਉਣੀ, ਫਲੱਡ ਆਉਣੇ, ਅਤੇ ਇਹ ਸਾਰੇ ਨੈਚੁਰਲ ਨੇ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਰੋਲ ਐਂਡ ਰਿਸਪੌਂਸਿਬਿਲਿਟੀਜ਼ ਆਫ ਐਮਰਜੈਂਸੀ ਰਿਸਪੌਂਸ ਟੀਮ। ਡਿਜ਼ਾਸਟਰ ਮੈਨੇਜਮੈਂਟ ਕਰਨ ਦੇ ਲਈ ਕੋਈ ਟੀਮ ਬਣਾਈ ਹੁੰਦੀ ਹੈ, ਐਮਰਜੈਂਸੀ ਰਿਸਪੌਂਸ ਟੀਮ। ਦੇਖੋ ਜਿਵੇਂ ਤੁਸੀਂ ਇਹ ਪਿਕਚਰ ਵਿੱਚ ਦੇਖ ਸਕਦੇ ਹੋ ਕਿਸੇ ਇੱਕ ਜਗ੍ਹਾ ਦੀ ਐਮਰਜੈਂਸੀ ਰਿਸਪੌਂਸ ਟੀਮ ਹੈ, ਜਿਵੇਂ ਇਹ ਦੱਸਿਆ ਹੋਇਆ ਇਹਨਾਂ ਨੇ USA ਦੀ ਆ। ਤਾਂ ਇਸ ਟੀਮ ਦੇ ਵਿੱਚ ਕਹਿੰਦੇ ਕੌਣ ਕੌਣ ਹੁੰਦਾ ਹੈ? ਐਮਰਜੈਂਸੀ ਰਿਸਪੌਂਸ ਟੀਮ ਦਾ ਲੀਡਰ, ਸੇਫਟੀ ਆਫਿਸਰ, ਫਾਇਰ ਸਪਰੈਸ਼ਨ ਟੀਮ, ਸਰਚ ਐਂਡ ਰੈਸਕਿਊ ਟੀਮ, ਮੈਡੀਕਲ ਟਰਾਇਲਸ ਟੀਮ। ਇਹ ਅਲੱਗ-ਅਲੱਗ ਜਿਹੜੇ ਹੈਗੇ ਨੇ ਐਮਰਜੈਂਸੀ ਟੀਮ ਦੇ ਬੰਦੇ ਹੁੰਦੇ ਨੇ, ਅਤੇ ਇਹ ਅਲੱਗ-ਅਲੱਗ ਚੀਜ਼ਾਂ ਨੇ ਜੋ ਆਪਾਂ ਨੂੰ ਚਾਹੀਦੀਆਂ ਨੇ। ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ ਚਾਹੀਦੀਆਂ ਨੇ ਆਪਾਂ ਨੂੰ, ਠੀਕ ਹੈ। ਆਪਾਂ ਨੂੰ ਐਕਸਕੇਵੇਟਰਸ ਚਾਹੀਦੇ ਨੇ, ਏਅਰ ਕੁਸ਼ਨ, ਮੋਬਾਈਲ ਵੈਨ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਨੇ ਜੋ ਕਿ ਡਿਜ਼ਾਸਟਰ ਨੂੰ ਮੈਨੇਜ ਕਰਨ ਲਈ ਚਾਹੀਦੀਆਂ ਨੇ। ਸਰਚ ਐਂਡ ਰੈਸਕਿਊ ਆਪਰੇਸ਼ਨਸ ਦੇ ਵਿੱਚ ਆ ਜਾਂਦੇ ਨੇ ਕਿ ਜਿਵੇਂ ਪਹਾੜਾਂ 'ਤੇ ਜਾਣਾ, ਮਾਊਂਟੇਨ ਰੈਸਕਿਊ, ਗਰਾਊਂਡ 'ਤੇ ਵੀ ਹੋ ਸਕਦਾ ਹੈ, ਅਰਬਨ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਏਅਰ ਸੀ, ਜਿਵੇਂ ਕਿ ਸਮੁੰਦਰਾਂ ਵਗੈਰਾ ਦਾ ਕੋਈ ਰੈਸਕਿਊ ਆਪਰੇਸ਼ਨ ਹੋ ਸਕਦਾ ਹੈ। ਮੌਕ ਡਰਿਲ ਦੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀ ਕਿ ਮੌਕ ਡਰਿਲ ਦਾ ਮਤਲਬ ਹੁੰਦਾ ਕਿ ਐਸੀ ਸਿਚੁਏਸ਼ਨ ਨੂੰ ਜਸਟ ਪਲਾਨ ਕਰਨਾ, ਠੀਕ ਹੈ। ਜਸਟ ਆਪਾਂ ਨੇ ਐਕਟ ਕਰਨਾ, ਜਿਵੇਂ ਆਪਾਂ ਐਕਟਿੰਗ ਕਰਕੇ ਦੇਖਦੇ ਹੁੰਦੇ ਹਾਂ ਕਿ ਮੰਨ ਲਓ ਕੋਈ ਅੱਗ ਲੱਗ ਜੂਗੀ ਤਾਂ ਆਪਾਂ ਕੀ ਕਰਾਂਗੇ, ਸੱਚੀ 'ਚ ਨਹੀਂ ਲੱਗਦੀ ਬਟ ਆਪਾਂ ਨੇ ਕਰਕੇ ਐਕਟਿੰਗ ਦੇਖਣਾ ਹੈ। ਕਾਮਨ ਟਾਈਪਸ ਆਫ ਡਰਿਲਸ ਕਹਿੰਦੇ ਜਿਹੜੀਆਂ ਪਲਾਨ ਕੀਤੀਆਂ ਜਾਂਦੀਆਂ ਨੇ, ਜਿਹੜੀਆਂ 'ਤੇ ਪ੍ਰੈਕਟਿਸ ਕੀਤੀ ਜਾਂਦੀ ਉਹ ਹੁੰਦੀਆਂ ਨੇ ਫਾਇਰ ਵਾਲੀਆਂ, ਅਤੇ ਰੈਸਕਿਊ ਕਰਨਾ, ਕਿਸੇ ਨੂੰ ਬਚਾਉਣਾ ਰੱਸੀਆਂ ਵਗੈਰਾ ਦੇ ਨਾਲ, ਅਤੇ ਫਲੱਡਸ ਦੇ ਲਈ, ਐਂਡ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ ਦੇ ਨਾਲ। ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ ਹੁੰਦੀਆਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ, ਮਾਸਕ, ਕੈਪ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇਹ ਜਿਹੜੀਆਂ ਕਾਮਨਲੀ ਡਰਿਲਸ ਜਿਹੜੀਆਂ ਹੈਗੀਆਂ ਔਰਗਨਾਈਜ਼ ਕੀਤੀਆਂ ਜਾਂਦੀਆਂ ਨੇ। ਦੈਨ ਆਪਣਾ ਲਾਸਟ ਹੈਗਾ ਕਿ ਆਪਾਂ ਫਾਇਰ ਦੇ ਨਾਲ ਕਿਵੇਂ ਫਾਈਟ ਕਰ ਸਕਦੇ ਹਾਂ। ਜਿਹੜੀ ਫਾਇਰ ਹੈ ਉਹ ਵੀ ਇੱਕ ਡਿਜ਼ਾਸਟਰ ਹੈ। ਅਗਰ ਕਿਤੇ ਅੱਗ ਲੱਗ ਜਾਵੇ ਤਾਂ ਅੱਗ ਦੇਖੋ ਕਿੰਨੀ ਤਬਾਹੀ ਕਰ ਸਕਦੀ ਹੈ, ਘਰ ਦੇ ਘਰ ਉਜਾੜ ਦਿੰਦੀ ਹੈ, ਬਿਲਡਿੰਗ ਦੀ ਬਿਲਡਿੰਗ ਉਜਾੜ ਜਾਂਦੀ ਹੈ, ਠੀਕ ਹੈ ਜੀ। ਤਾਂ ਕਹਿੰਦੇ ਇੱਕ ਪਹਿਲੀ ਗੱਲ ਤਾਂ ਆਪਾਂ ਨੇ ਫਾਇਰ ਨੂੰ ਕਲਾਸੀਫਾਈ ਕੀਤਾ ਹੋਇਆ ਕਿ 3 ਤਰ੍ਹਾਂ ਦੀ ਜਿਹੜੀ ਫਾਇਰ ਨੂੰ ਆਪਾਂ ਕਲਾਸੀਫਾਈ ਕੀਤਾ ਹੋਇਆ। ਕਲਾਸ A ਦੇ ਵਿੱਚ ਹੁੰਦਾ ਹੈ ਕਿ ਜਦੋਂ ਜਿਹੜੀ ਅੱਗ ਹੈਗੀ ਹੈ ਉਹ ਨੋਰਮਲ ਚੀਜ਼ਾਂ ਨੂੰ ਹੀ ਲੱਗਦੀ ਹੈ, ਜਿਵੇਂ ਪੇਪਰ ਹੋ ਗਿਆ,
ਕਾਗਜ਼ ਨੂੰ, ਠੀਕ ਹੈ, ਲੱਕੜੀ ਨੂੰ, ਇਹਨਾਂ ਚੀਜ਼ਾਂ ਦੇ ਨਾਲ, ਕੱਪੜੇ ਦੇ ਨਾਲ। ਕਲਾਸ ਬੀ ਦੇ ਵਿੱਚ ਹੁੰਦਾ ਜਦੋਂ ਕੋਈ ਤੇਲ ਦੇ ਨਾਲ, ਜਿਵੇਂ ਮਿੱਟੀ ਦੇ ਤੇਲ ਨਾਲ ਅੱਗ ਲੱਗਦੀ ਹੈ। ਕਲਾਸ ਸੀ ਦੇ ਵਿੱਚ ਹੁੰਦਾ ਜਿਵੇਂ ਕੋਈ ਇਲੈਕਟ੍ਰੀਸਿਟੀ ਦੇ ਨਾਲ ਅੱਗ ਲੱਗਦੀ ਹੈ, ਜਿਵੇਂ ਕਈ ਵਾਰੀ ਸ਼ਾਰਟ ਸਰਕਿਟ ਹੋ ਜਾਂਦਾ, ਠੀਕ ਹੈ ਜੀ। ਫਿਰ ਕਲਾਸ ਡੀ ਦੇ ਵਿੱਚ ਹੁੰਦਾ ਕਿ ਜਿਵੇਂ ਕੋਈ ਸੋਲਟਸ ਹੁੰਦੇ ਨੇ, ਕੈਮੀਕਲ ਸੋਲਟਸ ਹੁੰਦੇ ਨੇ, ਮੈਗਨੀਸ਼ੀਅਮ, ਸੋਡੀਅਮ ਵਗੈਰਾ, ਉਹਨਾਂ ਦੇ ਨਾਲ ਲੱਗਣੀ। ਕੋਈ ਡਰਾਈ ਪਾਊਡਰ ਦੇ ਨਾਲ ਲੱਗਣੀ। ਕਲਾਸ ਕੇ ਦੇ ਵਿੱਚ ਹੁੰਦਾ ਕੋਈ ਕੁਕਿੰਗ ਚੀਜ਼ਾਂ ਦੇ ਨਾਲ, ਜਿਵੇਂ ਕੋਈ ਕਿਚਨ ਦੇ ਵਿੱਚ ਕੁਕਿੰਗ ਕਰ ਰਿਹਾ ਸੀਗਾ, ਉਸ ਦੇ ਨਾਲ ਅੱਗ ਲੱਗਣੀ। ਅਤੇ ਕਾਮਨ ਕੋਜ਼ਿਸ ਕੀ ਨੇ, ਆਮ ਜਿਹੜੇ ਇਹਦੇ ਕਾਰਨ ਕੀ ਨੇ, ਕਿ ਆਪਾਂ ਜਦੋਂ ਅੱਗ ਜਿਹੜੀ ਖੁੱਲ੍ਹੀ ਛੱਡ ਦਿੰਦੇ ਹਾਂ, ਧਿਆਨ ਨਹੀਂ ਰੱਖਦੇ ਹੈਗੇ, ਇਲੈਕਟ੍ਰੀਸਿਟੀ ਦੇ ਸ਼ਾਰਟ ਸਰਕਿਟ ਹੋਣ ਦੇ ਨਾਲ, ਕੁਕਿੰਗ ਧਿਆਨ ਨਾਲ ਨਾ ਕਰਨਾ, ਇਹ ਸਾਰੇ ਇਹਦੇ ਕਾਰਨ ਨੇ। ਹੁਣ ਜਦੋਂ ਆਪਾਂ ਫਾਇਰ ਤੋਂ ਬਚਣਾ ਹੈ, ਬਚਣ ਦੇ ਵਿੱਚ ਕੁਝ ਸਟੈਪ ਨੇ। ਰੇਸ ਸਭ ਤੋਂ ਪਹਿਲਾਂ ਹੈਗਾ ਰੈਸਕਿਊ, ਬਚਾਉਣਾ, ਜਿਹਨੂੰ ਵੀ ਤੁਸੀਂ ਬਚਾ ਸਕਦੇ ਹੋ ਜਿੱਥੇ ਅੱਗ ਲੱਗੀ ਹੋਈ ਹੈ। ਫਿਰ ਤੁਸੀਂ ਅਲਾਰਮ ਪੁੱਲ ਕਰਨਾ ਤਾਂ ਕਿ ਸਾਰੀ ਬਿਲਡਿੰਗ ਨੂੰ ਪਤਾ ਲੱਗ ਸਕੇ ਕਿ ਅੱਗ ਲੱਗੀ ਹੋਈ ਹੈ ਕਿਤੇ ਨਾ ਕਿਤੇ। ਫਿਰ ਕੰਟੇਨ ਕਰਨਾ, ਫਾਇਰ ਨੂੰ ਆਪਾਂ ਨੇ ਉੱਥੇ ਹੀ ਰੱਖਣਾ ਹੈ ਜਿੱਥੇ ਉਹ ਲੱਗੀ ਹੋਈ ਹੈ, ਦਰਵਾਜ਼ੇ ਬੰਦ ਕਰਕੇ, ਤਾਂ ਕਿ ਉਹ ਜ਼ਿਆਦਾ ਅੱਗੇ ਨਾ ਫੈਲ ਸਕੇ। ਫਿਰ ਜਿੱਥੇ ਉਹ ਲੱਗੀ ਹੋਈ ਹੈ ਉਹਨੂੰ ਐਕਸਟਿੰਗੁਇਸ਼ ਕਰਨਾ, ਮਤਲਬ ਉਹਨੂੰ ਬੁਝਾਉਣਾ। ਹੁਣ ਇਹ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਆਪਾਂ ਐਕਸਟਿੰਗੁਇਸ਼ ਕਿਵੇਂ ਕਰਨਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਦੇਖੋ, ਪੇਪਰ ਦੇ ਨਾਲ ਲੱਗ ਰਹੀ ਹੈ, ਪੈਟਰੋਲ ਦੇ ਨਾਲ ਲੱਗ ਰਹੀ ਹੈ, LPG ਦੇ ਨਾਲ ਲੱਗ ਰਹੀ ਹੈ, ਕਿੱਦਾਂ ਅਲੱਗ-ਅਲੱਗ ਚੀਜ਼ਾਂ ਦੇ ਨਾਲ ਜਦੋਂ ਅੱਗ ਲੱਗ ਰਹੀ ਹੈ, ਅਤੇ ਫਿਰ ਆਪਾਂ ਉਹਨੂੰ ਕਿਵੇਂ ਆਪਾਂ ਨੇ ਠੀਕ ਕਰਨਾ ਹੈ ਅਤੇ ਕਿਵੇਂ ਆਪਾਂ ਨੇ ਉਹਨੂੰ ਐਕਸਟਿੰਗੁਇਸ਼ ਕਰਨਾ, ਸਾਰੀਆਂ ਚੀਜ਼ਾਂ ਇਸ ਦੇ ਵਿੱਚ ਦੱਸੀਆਂ ਗਈਆਂ ਨੇ। ਅਤੇ ਜਦੋਂ ਵੀ ਕਹਿੰਦੇ ਫਾਇਰ ਮਤਲਬ ਜਦੋਂ ਵੀ ਅੱਗ ਲੱਗ ਰਹੀ ਹੈ ਤਾਂ ਤੁਸੀਂ ਹਮੇਸ਼ਾ ਪੌੜੀਆਂ ਦੀ ਵਰਤੋਂ ਕਰਨੀ ਹੈ, ਲਿਫਟ ਦੀ ਵਰਤੋਂ ਨਹੀਂ ਕਰਨੀ ਹੈਗੀ। ਇਹਦੇ ਵਿੱਚ ਦੇਖੋ ਐਕਸਟਿੰਗੁਇਸ਼ ਦੇ ਮੈਥਡ ਵੀ ਦੱਸੇ ਹੋਏ ਨੇ ਕਿ ਕਿੱਦਾਂ ਐਕਸਟਿੰਗੁਇਸ਼ ਕਰਨਾ ਹੈ। ਕਲਾਸ A B C D ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਫਾਇਰਸ ਦੇ ਟਾਈਪਸ ਹੁੰਦੇ ਨੇ ਉਹਦੇ ਅਕੋਰਡਿੰਗ। ਜਿਹੜੇ ਵੀ ਪੀਪਲ ਇਸ ਦੇ ਵਿੱਚ ਮੌਜੂਦ ਹੁੰਦੇ ਨੇ, ਇਸ ਟੀਮ ਦੇ ਵਿੱਚ, ਫਾਇਰ ਐਕਸਟਿੰਗੁਇਸ਼ਿੰਗ ਟੀਮ ਦੇ ਵਿੱਚ, ਉਹਨਾਂ ਦੇ ਕੁਝ ਰੋਲਸ ਹੁੰਦੇ ਨੇ ਕਿ ਕੀ ਉਹਨਾਂ ਨੇ ਜਿਹੜੀਆਂ ਹੈਗੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਪਹਿਲੀ ਗੱਲ ਤਾਂ ਕਿ ਜੋ ਵੀ ਜਿਹੜਾ ਬੰਦਾ ਜਿਹੜਾ ਲੱਭ ਰਿਹਾ ਹੈ ਅੱਗ ਨੂੰ ਵੀ ਕਿੱਥੇ ਲੱਗੀ ਹੋਈ ਹੈ, ਤਾਂ ਉਹਨੂੰ ਤੁਸੀਂ ਪ੍ਰੋਪਰਲੀ ਉਹਦੇ ਨਾਲ ਕੰਟੈਕਟ ਕਰਨਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਐਗਜ਼ੈਕਟ ਲੋਕੇਸ਼ਨ ਕੀ ਹੈ। ਟੈਲੀਫੋਨ ਓਪਰੇਟਰ ਦੇ ਵਿੱਚ ਕੋਈ ਵੀ ਹੋ ਸਕਦਾ ਹੈ। ਟੈਲੀਫੋਨ ਓਪਰੇਟਰ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਨੋਟੀਫਾਈ ਕਰ ਸਕਦੇ ਹੋ। ਅਤੇ ਫਾਇਰ ਫਾਈਟਿੰਗਸ ਜਿਹੜੀਆਂ ਟੀਮਸ ਹੁੰਦੀਆਂ ਨੇ ਉਹਨਾਂ ਦੀ ਡਿਊਟੀ ਵੰਡੀ ਹੁੰਦੀ ਹੈ, 24 ਘੰਟੇ ਉਹ ਡਿਊਟੀ 'ਤੇ ਹੁੰਦੇ ਨੇ, ਤੁਸੀਂ ਕਿਸੇ ਵੀ ਟਾਈਮ ਉਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਅਲੱਗ-ਅਲੱਗ ਜੋ ਵੀ ਫਾਇਰ ਐਮਰਜੈਂਸੀ ਰਿਸਪੋਂਸ ਟੀਮ ਦੇ ਵਿੱਚ ਨੇ ਉਹਨਾਂ ਦੀ ਸਭ ਦੀਆਂ ਅਲੱਗ-ਅਲੱਗ ਡਿਊਟੀਜ਼ ਹੁੰਦੀਆਂ ਨੇ। ਹਾਊਸਕੀਪਿੰਗ ਸਟਾਫ ਦੀਆਂ ਆਪਣੀਆਂ ਨੇ, ਸਿਕਿਉਰਿਟੀ ਸਟਾਫ ਦੀਆਂ ਆਪਣੀਆਂ ਨੇ, ਹਰ ਕਿਸੇ ਦੀਆਂ ਆਪਣੀਆਂ ਡਿਊਟੀਜ਼ ਨੇ ਜੋ ਵੀ ਉਸ ਟੀਮ ਦੇ ਵਿੱਚ ਉਹਨਾਂ ਨੂੰ ਅਸਾਈਨ ਕੀਤੀਆਂ ਗਈਆਂ ਨੇ। ਅਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੇ ਲੈਸਨ ਨੇ ਸਮਝ ਆਏ ਹੋਣਗੇ। ਅਗਰ ਤੁਹਾਨੂੰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਈ ਜਾਂ ਕੁਛ ਸਮਝ ਨਾ ਲੱਗਿਆ ਤਾਂ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ। ਥੈਂਕ ਯੂ।